ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਵੀਕਐਂਡ ਸਾਰਿਆਂ ਦਾ ਬਹੁਤ ਵਧੀਆ ਗੁਜ਼ਰਿਆ ਹੋਏਗਾ। ਮੰਡੇ ਹੈ, ਮੰਡੇ ਦੀ ਸਵੇਰ ਗੱਲ ਕਰਾਂਗੇ ਬਹੁਤ ਸਾਰੇ ਉਹ ਮੁੱਦਿਆਂ ਦੇ ਉੱਤੇ ਜਿਹੜੇ ਸਾਡੇ ਆਲੇ ਦੁਆਲੇ ਬਹੁਤ ਜ਼ਿਆਦਾ ਮੰਡਰਾਉਂਦੇ ਨੇ, ਜਿਨ੍ਹਾਂ ਦੇ ਵਿੱਚ ਪਿਛਲੇ 2-3 ਹਫ਼ਤਿਆਂ ਤੋਂ ਤਾਂ ਐਟਲੀਸਟ ਅਸੀਂ ਇੱਕ ਮੁੱਦੇ ਦੇ ਉੱਤੇ ਬੜਾ ਧਿਆਨ ਦਿੱਤਾ। ਮਨਦੀਪ ਕੌਰ, ਅਮਰੀਕਾ ਦੇ ਵਿੱਚ ਮਨਦੀਪ ਕੌਰ ਨੇ ਘਰੇਲੂ ਹਿੰਸਾ ਦੇ ਚੱਲਦਿਆਂ ਸੁਸਾਈਡ ਕੀਤਾ। ਉਹ ਖਬਰ ਹਰ ਥਾਂ ਤੇ ਪਹੁੰਚੀ। ਮਨਦੀਪ ਕੌਰ ਦੇ ਉਸ ਸੁਸਾਈਡ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਹੋਰ ਮਨਦੀਪ ਕੌਰ ਜ਼ਿੰਦਾ ਹੋ ਗਈਆਂ, ਕਿੰਨੀਆਂ ਜ਼ਹਿਨ ਦੇ ਵਿੱਚ ਆ ਗਈਆਂ, ਕਿੰਨੀਆਂ ਨੇ ਆਪਣੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸੁਣੀ ਕਿਤੇ ਨਹੀਂ ਗਈ। ਗਲੀ ਗਲੀ ਦੇ ਵਿੱਚ ਚੱਪੇ ਚੱਪੇ ਦੇ ਉੱਤੇ ਲੱਖਾਂ ਮਨਦੀਪ ਕੌਰ ਨੇ ਜਿਹੜੀਆਂ ਕਿ ਘਰੇਲੂ ਹਿੰਸਾ ਦਾ ਜਾਂ ਕਿਸੇ ਵੀ ਤਰ੍ਹਾਂ ਦੇ ਟਰਾਮਾ ਦਾ ਸ਼ਿਕਾਰ ਹੋ ਰਹੀਆਂ ਨੇ। ਗਲੀ ਗਲੀ ਦੇ ਵਿੱਚ ਅਸੀਂ ਇਹ ਆਵਾਜ਼ਾਂ ਸੁਣਦੇ ਹਾਂ, ਪਰ ਇਹ ਆਵਾਜ਼ ਸਿਰਫ ਅਸੀਂ ਸੁਣਦੇ ਹਾਂ ਪਰ ਉਹਦੇ ਲਈ ਕੁਝ ਕਰ ਨਹੀਂ ਪਾ ਰਹੇ। ਇਹ ਆਵਾਜ਼ਾਂ ਜ਼ਿਆਦਾਤਰ ਕਿਤੇ ਪਹੁੰਚ ਨਹੀਂ ਪਾਉਂਦੀਆਂ ਤੇ ਆਪਣਾ ਸਮਾਂ ਲੈ ਕੇ ਕੁਝ ਦੇਰ ਬਾਅਦ ਖਤਮ ਹੋ ਜਾਂਦੀਆਂ ਨੇ। ਘਰੇਲੂ ਵਾਇਲੈਂਸ ਜਾਂ ਟਰਾਮਾ ਜਾਂ ਜਿਹੜੀ ਸਿਚੁਏਸ਼ਨ 'ਚੋਂ ਗੁਜ਼ਰੀਆਂ ਨੇ ਉਹ ਖਤਮ ਸਿਰਫ ਉਦੋਂ ਹੀ ਹੋ ਪਾਉਂਦੀ ਹੈ ਜਦੋਂ ਕੋਈ ਵੀ ਪਰਸਨ ਆਪਣੀ ਜਾਨ ਤੋਂ ਹੱਥ ਧੋ ਪੈਂਦਾ ਹੈ ਜਾਂ ਉਹ ਸੁਸਾਈਡ ਕਰ ਲੈਂਦਾ ਹੈ ਜਾਂ ਕਿਸੇ ਵੀ ਵਜ੍ਹਾ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ ਹੈ। ਇਹ ਸਿਰਫ ਚੀਜ਼ਾਂ ਉਦੋਂ ਮੁੱਕਦੀਆਂ ਨੇ ਜਿੰਦੇ ਜੀ ਮੁੱਕ ਨਹੀਂ ਪਾਉਂਦੀਆਂ, ਜਿਹਦੇ ਵਿੱਚ ਸੁਸਾਇਟੀ ਦਾ ਬੜਾ ਵੱਡਾ ਰੋਲ ਹੈ, ਜਿਹਦੇ ਵਿੱਚ ਸਰਕਾਰਾਂ ਦਾ ਬੜਾ ਵੱਡਾ ਰੋਲ ਹੈ। ਪਰ ਕੀ ਉਹ ਆਪਣਾ ਰੋਲ ਨਿਭਾਉਂਦੇ ਨੇ? ਇਸ ਦੇ ਉੱਤੇ ਅੱਜ ਗੱਲ ਕਰਾਂਗੇ ਅਸੀਂ ਕਿ ਕਿਉਂ ਇਹ ਆਵਾਜ਼ਾਂ ਦੱਬੀਆਂ ਰਹਿ ਰਹੀਆਂ ਨੇ, ਸੁਣਾਈ ਨਹੀਂ ਦੇ ਰਹੀਆਂ। ਇਹਨਾਂ ਦਾ ਅੰਤ ਮੌਤ ਹੀ ਕਿਉਂ ਹੋ ਰਿਹਾ ਹੈ? ਇਹ ਸਮਾਜ ਦੇ ਵਿੱਚ ਇਹ ਗੰਦੀ ਕੁਰੀਤੀ ਜਿਹੜੀ ਹੈ ਉਹ ਖਤਮ ਕਿਉਂ ਨਹੀਂ ਹੋ ਰਹੀ? ਇਹ ਮੌਤ ਹੀ ਇਹਦਾ ਅੰਤ ਕਿਉਂ ਹੋ ਜਾਂਦਾ ਹੈ? ਸੋ ਇਸ 'ਤੇ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਰੋਲ ਸੰਸਥਾਵਾਂ ਦਾ ਬਹੁਤ ਵੱਡਾ ਜਿਹੜਾ ਬਣਦਾ ਹੋਣਾ ਚਾਹੀਦਾ ਹੈ, ਜਾਂ ਹੋ ਸਕਦਾ ਆਪਣੇ ਪੱਧਰ ਦੇ ਉੱਤੇ ਕਈ ਸੰਸਥਾਵਾਂ ਕੋਸ਼ਿਸ਼ਾਂ ਵੀ ਕਰਦੀਆਂ ਹੋਣ ਪਰ ਉਹ ਕੋਸ਼ਿਸ਼ਾਂ ਕਿਉਂ ਪੂਰੀਆਂ ਨਹੀਂ ਹੋ ਪਾਉਂਦੀਆਂ? ਕਿਉਂ ਹਰ ਦਿਨ ਇੱਦਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ? ਸਰਕਾਰਾਂ ਦਾ ਕਿਹੜਾ ਰੋਲ ਹੋਣਾ ਚਾਹੀਦਾ ਜਿਹੜਾ ਉਹ ਨਿਭਾ ਨਹੀਂ ਰਹੇ? ਗੱਲ ਕਰਾਂਗੇ ਇਸ ਦੇ ਉੱਤੇ ਕਿਉਂਕਿ ਇਹਦੇ ਉੱਤੇ ਇੱਕ ਅਜਿਹੀ ਸੰਸਥਾ ਜਿਹਦਾ ਜ਼ਿਕਰ ਤੁਸੀਂ ਹਮੇਸ਼ਾ ਬਹੁਤ ਸੁਣਦੇ ਰਹੇ ਹੋਵੋਗੇ, ਉਹਨਾਂ ਦੇ ਨਾਲ ਅਸੀਂ ਅੱਜ ਇਸ ਮੁਤਲਕ ਗੱਲਬਾਤ ਕਰਾਂਗੇ। ਦਾ ਕੌਰ ਮੂਵਮੈਂਟ ਦੀ ਹਮੇਸ਼ਾ ਤੁਸੀਂ ਉਹਨਾਂ ਦਾ ਨਾਮ ਸੁਣਿਆ ਹੋਏਗਾ, ਹਰ ਪਲੇਟਫਾਰਮ 'ਤੇ ਉਹਨਾਂ ਦੇ ਇੰਟਰਵਿਊਜ਼ ਵੀ ਹੁੰਦੀਆਂ ਰਹਿੰਦੀਆਂ, ਉਹਨਾਂ ਬਾਰੇ ਬਹੁਤ ਜਾਣਿਆ ਹੋਏਗਾ। ਪਰ ਕੌਰ ਮੂਵਮੈਂਟ ਦਾ ਅਜਿਹੇ ਮਾਮਲਿਆਂ ਦੇ ਵਿੱਚ ਕੀ ਰੋਲ ਹੁੰਦਾ ਹੈ ਜਾਂ ਉਹ ਇਹਨਾਂ ਮਾਮਲਿਆਂ ਨੂੰ ਕਿਵੇਂ ਲੈਂਦੇ ਨੇ, ਉਸ 'ਤੇ ਗੱਲ ਕਰਾਂਗੇ। ਸਾਡੇ ਨਾਲ ਦ ਕੌਰ ਮੂਵਮੈਂਟ ਤੋਂ ਗੁਰਪ੍ਰੀਤ ਕੌਰ ਜੀ ਜੁੜੇ ਹੋਏ ਨੇ। ਗੁਰਪ੍ਰੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ, ਥੈਂਕ ਯੂ ਫॉर ਹੈਵਿੰਗ ਮੀ। ਜੀ ਗੁਰਪ੍ਰੀਤ, ਤੁਹਾਨੂੰ ਅੱਜ ਦੀ ਇੰਟਰਵਿਊ ਦੇ ਵਿੱਚ ਲਿਆਉਣ ਦਾ ਬੜਾ ਵੱਡਾ ਮਕਸਦ ਸੀਗਾ। ਜਦੋਂ ਬਹੁਤ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ, ਖਾਸ ਕਰਕੇ ਮਨਦੀਪ ਕੌਰ ਦਾ ਜਦੋਂ ਖੁਦਕੁਸ਼ੀ ਦਾ ਸੁਸਾਈਡ ਦਾ ਮਾਮਲਾ ਸਾਹਮਣੇ ਆਇਆ ਤਾਂ ਉਦੋਂ ਅਸੀਂ ਦੇਖਿਆ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਆਮ ਲੋਕਾਂ ਨੇ ਵੀ ਆਵਾਜ਼ ਚੁੱਕੀ। ਚੱਪੇ ਚੱਪੇ ਤੇ ਕੋਨੇ ਦੇ ਦੇਸ਼ ਦੁਨੀਆ ਦੇ ਹਰ ਕੋਨੇ ਤੇ ਇਹ ਖਬਰ ਪਹੁੰਚੀ ਤਾਂ ਦਿਲ ਦਹਿਲ ਗਿਆ ਸਭ ਦਾ। ਹਰ ਪਲੇਟਫਾਰਮ ਦੇ ਉੱਤੇ ਇਹ ਖਬਰ ਚੁੱਕੀ ਜਾ ਰਹੀ ਹੈ। ਪਰ ਜਦੋਂ ਤੁਹਾਡੇ ਕੋਲ ਇਹ ਖਬਰ ਪਹੁੰਚੀ ਕੌਰ ਮੂਵਮੈਂਟ ਦੇ ਕੋਲ, ਤੁਹਾਡਾ ਕੀ ਰਿਐਕਸ਼ਨ ਸੀ? ਕਿਵੇਂ ਇਸ ਖਬਰ ਨੂੰ ਲਿਆ ਤੁਸੀਂ? ਮੈਨੂੰ ਕਿਸੇ ਨੇ ਭੇਜੀ ਸੀਗੀ ਥਰੂ ਮਾਈ ਈਮੇਲ ਐਂਡ ਜਦੋਂ ਮੈਂ ਵੀਡੀਓ ਦੇਖੀ ਉਹਦੀ, ਮੈਨੂੰ ਪਤਾ ਨਹੀਂ ਸੀਗਾ ਉਦੋਂ ਉਸ ਟਾਈਮ ਉਹਦੀ ਡੈਥ ਹੋ ਗਈ ਆਲਰੇਡੀ। ਕਿਸੇ ਨੂੰ ਨਹੀਂ ਪਤਾ ਸੀਗਾ, ਸਾਰੇ ਜਾਣੇ ਪੋਸਟ ਪਾਈ ਜਾਂਦੇ ਸੀਗੇ, ਟੈਗ ਕਰੀ ਜਾਂਦੇ ਸੀਗੇ ਮੈਨੂੰ ਦ ਕੌਰ ਮੂਵਮੈਂਟ, ਰਾਈਟ, ਇਹਨਾਂ ਨੂੰ ਹੈਲਪ ਕਰੋ। ਮੈਂ ਪੋਸਟ ਪਾਈ, ਨਾਲੇ ਸ਼ੇਅਰ ਕੀਤੀ ਵੀ ਇਹਦੇ ਉੱਤੇ ਕੋਈ ਵੀ ਇਨਫੋਰਮੇਸ਼ਨ ਹੈਗੀ ਆ ਜਾਂ ਆਪ ਪੂਰੀ ਇਹ ਦੇਖਦੀ ਆ ਵੀ ਮੈਨੂੰ ਕਾਂਟੈਕਟ ਕਰੇ। ਜਦੋਂ ਮੈਂ ਪੋਸਟ ਪਾਈ ਉਸ ਤੋਂ ਬਾਅਦ ਚੋਂ ਮੈਨੂੰ ਉਹਨਾਂ ਦੀ ਫੈਮਿਲੀ ਦੇ ਨਾਲ ਟੱਚ ਹੋਇਆ, ਦੇ ਕੋਲ ਟੱਚ ਹੋਈ ਐਂਡ ਕਹਿੰਦੇ ਵੀ ਉਹਦੀ ਡੈਥ ਹੋ ਗਈ ਆ, ਫਿਊਨਰਲ ਹੋਣ ਲੱਗਾ ਆ ਐਂਡ ਇਹਦੇ ਮਮ ਡੈਡ ਨੂੰ ਪਤਾ ਨਹੀਂ ਗਾ ਇੰਡੀਆ ਕੁਛ ਵੀ, ਨਾਲੇ ਉਹਦਾ ਹਸਬੈਂਡ ਫੋਨ ਚੁੱਕਾ, ਸੋ ਵੀ ਡੋਨਟ ਨੋ ਵਾਟ। ਸੋ ਇਹ ਗੱਲ ਸਾਹਮਣੇ ਆਈ ਸੀ, ਨਾਲੇ ਫਿਊਨਰਲ ਮੈਨੂੰ ਵੀਡੀਓਜ਼ ਭੇਜੀਆਂ, ਉਹਦੀ ਫੋਟੋ ਮਾਰਦੀਆਂ, ਸਾਰੇ ਸਕਰੀਨਸ਼ਾਟ ਸਭ ਕੁਝ ਭੇਜ ਦਿੱਤਾ ਸਨੈਪ ਦੇ ਵਿੱਚ। ਇੱਥੇ ਉਦੋਂ ਰਾਤ ਹੋਈ ਹੋ ਸੀਗੀ, ਸੋ ਮੈਨੂੰ ਸੀਗਾ ਵੀ ਮੈਂ ਕੰਟੈਕਟ ਕਰਨਾ ਆ NYPD ਕਿਸੇ ਨੂੰ, ਸੋ ਮੇਰੇ ਕੋਲ ਲਿੰਕਸ ਹੈਗੀਆਂ ਸੀਗੀਆਂ ਐਂਡ ਦੈਨ ਆਈ ਗੋਟ ਇਨ ਟੱਚ ਵਿਦ ਦੈਮ ਐਂਡ ਉੱਥੇ ਉਹਨਾਂ ਨੇ ਦੱਸਿਆ ਵੀ ਕੋਈ ਰਿਪੋਰਟ ਨਹੀਂ ਫਾਈਲ ਕੀਤੀ ਹੋ, ਸੁਸਾਈਡ ਦਾ ਸੀਗਾ ਐਂਡ ਹਸਪੀਟਲ 'ਚ ਬੋਡੀ ਆ ਐਂਡ ਦੇਰ ਇਜ਼ ਨੋ ਰਿਪੋਰਟ, ਕੋਈ ਡੋਮੈਸਟਿਕ ਅਬਿਊਜ਼ ਦੀ ਰਿਪੋਰਟ ਨਹੀਂ। ਉਹਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਵੀ ਉਹਦੀ ਇੱਕ ਈਅਰਿੰਗ ਵੀ ਮਿਸਿੰਗ ਸੀਗੀ, ਨਾਲੇ ਉਹਦਾ ਹੱਥ ਦੇ ਉੱਤੇ ਲਾਲ ਸੀਗਾ, ਰਾਈਟ। ਐਂਡ ਉਸ ਤੋਂ ਬਾਅਦ 'ਚੋਂ ਅਸੀਂ ਐਕਸ਼ਨ ਲਿਆ ਵੀ DA ਦੇ ਨਾਲ ਜ਼ਿਆਦਾ ਪ੍ਰੈਸ਼ਰ ਸੋਸ਼ਲ ਮੀਡੀਆ ਦੇ ਉੱਤੇ ਪਾਉਣਾ ਆ ਵੀ ਸਾਰੇ ਜਾਣੇ ਸ਼ੇਅਰ ਕਰੋ ਵੀ ਅਸੀਂ ਪ੍ਰੈਸ਼ਰ ਪਾਈਏ। ਉੱਥੇ ਦਾ ਕੇਸ ਵੀ ਨਹੀਂ ਗਾ, ਡੈਥ ਹੋ ਗਈ ਹੈ, ਨਾਲੇ ਉਹ ਹਸਬੈਂਡ ਇਜ਼ ਗੋਇੰ ਟੂ ਗੈਟ ਅਵੇ ਵਿਦ ਇਟ ਐਂਡ ਚਿਲਡਰਨ ਵੀ ਉਹਦੇ ਕੋਲ ਹੈ। ਜੀ ਗੁਰਪ੍ਰੀਤ, ਤੁਹਾਡੇ ਲਈ ਤਾਂ ਇਹ ਮਾਮਲਾ ਨਵਾਂ ਨਹੀਂ ਸੀ, ਪਤਾ ਨਹੀਂ ਕਿੰਨੇ ਮਾਮਲੇ ਅਸੀਂ ਸਾਰੇ ਦੇਖਦੇ ਰਹਿੰਦੇ ਹਾਂ,
ਤੁਹਾਡੇ ਕੋਲ ਸਪੈਸੀਫਿਕਲੀ ਜਦੋਂ ਇਦਾਂ ਦੇ ਮਾਮਲੇ ਆਉਂਦੇ ਨੇ ਤਾਂ ਤੁਹਾਡਾ ਕੀ ਰਿਐਕਸ਼ਨ ਹੁੰਦਾ ਹੈ, ਕੀ ਐਕਸ਼ਨ ਹੁੰਦਾ ਹੈ? ਤੁਸੀਂ ਇਦਾਂ ਦੇ ਮਾਮਲਿਆਂ ਦੇ ਵਿੱਚ ਕੀ ਕਰ ਸਕਦੇ ਹੋ, ਉਹ ਵੀ ਉਦੋਂ ਜਦੋਂ ਇਹ ਮਾਮਲੇ ਕੈਨੇਡਾ ਦੇ ਵਿੱਚ ਨਹੀਂ ਬਲਕਿ ਕਿਸੇ ਹੋਰ ਕੰਟਰੀ ਦੇ ਵਿੱਚ ਹੋ ਰਹੇ ਨੇ? Yeah. So ਸਾਡੀ organization worldwide ਹੈ I guess now because of the social media platform. So ਉਹਦੇ ਕਰਕੇ ਸਾਨੂੰ emails Germany ਤੋਂ UK ਤੋਂ Australia ਤੋਂ ਕਈ ਜਗ੍ਹਾ ਤੋਂ ਆਉਂਦੀਆਂ ਹੈ right? And ਅਸੀਂ connection ਕਰ ਦਿੰਦੇ ਆ ਉਸ ਏਰੀਆ ਤੇ. So for example ਸਾਨੂੰ ਕੋਈ victim message ਕਰਦਾ ਆ ਨਾ ਕਹਿੰਦੇ ਵੀ ਸਾਨੂੰ ਆਹ ਚਾਹੀਦੀ ਹੈ ਜ਼ਰੂਰਤ ਆ, ਸਾਨੂੰ support services ਦੀ ਜ਼ਰੂਰਤ ਆ ਜਾਂ counseling ਦੀ ਜ਼ਰੂਰਤ ਆ, ਅਸੀਂ ਉਹਨਾਂ ਦੀ ਲੋਕੇਸ਼ਨ ਲੈਂਦੇ ਆ ਤੇ ਲੋਕੇਸ਼ਨ ਦੇ ਨਾਲ ਉਹ ਸਾਨੂੰ ਦੱਸਦੇ ਆ ਵੀ ਕਿੱਦਾਂ ਦੀ ਸਪੋਰਟ ਚਾਹੀਦੀ ਆ, ਅਸੀਂ ਫਿਰ ਇਨਫੋਰਮੇਸ਼ਨ ਲੈਂਦੇ ਆ। ਮੇਰੇ ਉੱਥੇ ਵੀ ਵੋਲੰਟੀਅਰਸ ਹੁੰਦੇ ਹੀ ਆ most likely because I have volunteers all over the world and ਉਹਨਾਂ ਨੂੰ ਫਿਰ ਅਸੀਂ ਕਨੈਕਟ ਕਰਦੇ ਆ। ਸੋ ਉੱਥੇ ਦੇ ਕਾਉਂਸਲਰਸ, ਉੱਥੇ ਦੇ ਕੋਈ ਵੀ ਅਸੀਂ ਕਨੈਕਸ਼ਨ ਦੇ ਸਕਦੇ ਆ ਵਿਕਟਮ ਉਸ ਦਿਨ like for free as well। ਸੋ ਅਸੀਂ ਇੱਦਾਂ ਵੀ ਕਹਿੰਦੇ ਆ ਵੀ ਇਹ ਸੇਵਾ ਆ ਐਂਡ ਇਹ ਅਸੀਂ ਇਹਦੇ ਲਈ ਕੋਈ ਚਾਰਜ ਨਹੀਂ ਗਾ। ਤੁਸੀਂ ਜਿਹੜੇ ਮਰਜ਼ੀ ਵੀ ਕੰਟਰੀ 'ਚ ਤੁਸੀਂ ਬੈਠੇ ਆ ਸਾਨੂੰ ਕੰਟੈਕਟ ਕਰੋ, ਜੇ ਤੁਹਾਨੂੰ ਹੈਲਪ ਚਾਹੀਦੀ ਆ ਅਸੀਂ ਕਰੋ ਜੀ। ਗੁਰਪ੍ਰੀਤ, ਇਹ ਜਦੋਂ ਮਾਮਲੇ ਸਾਹਮਣੇ ਆਉਂਦੇ ਨੇ ਅਸੀਂ ਦੇਖਿਆ ਹਰ ਪਲੇਟਫਾਰਮ ਤੇ ਹਰ ਕਿਸੇ ਨੇ ਆਪੋ ਆਪਣੀ ਜੋ ਸੋਚ ਸਮਝ ਸੀ, ਕਿਉਂਕਿ ਮਨਦੀਪ ਕੌਰ ਦੇ ਮਾਮਲੇ ਦੀ ਤਾਂ ਗੱਲ ਕਰ ਰਹੇ ਹਾਂ, ਰੀਸੈਂਟਲੀ ਇਹ ਮਾਮਲਾ ਸਾਹਮਣੇ ਆਇਆ ਤਾਂ ਫਿਰ ਹਰ ਪਲੇਟਫਾਰਮ ਦੇ ਉੱਤੇ ਡਿਬੇਟਸ ਹੋ ਰਹੀਆਂ ਨੇ। ਅਦਰਵਾਈਜ਼ ਤਾਂ ਇੱਦਾਂ ਦੇ ਪਤਾ ਨਹੀਂ ਕਿੰਨੇ ਮਾਮਲੇ ਸਾਹਮਣੇ ਆ ਜਾਂਦੇ ਨੇ, ਕਈ ਤਾਂ ਸਾਹਮਣੇ ਨਹੀਂ ਆਉਂਦੇ, ਪਤਾ ਹੀ ਨਹੀਂ ਚੱਲਦਾ ਕਿ ਹੋਇਆ ਕੀ ਹੈ ਕੁੜੀ ਨਾਲ ਜਾਂ ਕਿਸੇ ਵੀ ਮੁੰਡੇ ਨਾਲ। ਇਹ ਇਸ ਚੀਜ਼ ਤੋਂ ਹਰ ਕੋਈ ਗੁਜ਼ਰਦਾ ਹੈ, ਸਿਰਫ ਫੀਮੇਲ ਨਹੀਂ ਗੁਜ਼ਰਦੀਆਂ। ਹੁਣ ਜਦੋਂ ਮਨਦੀਪ ਕੌਰ ਦਾ ਮਾਮਲਾ ਸਾਹਮਣੇ ਆ ਗਿਆ ਤਾਂ ਇਹਦੇ ਤੇ ਹਰ ਪਲੇਟਫਾਰਮ ਤੇ ਡਿਬੇਟਸ ਹੋ ਰਹੀਆਂ ਨੇ, ਗੱਲਾਂ ਹੋ ਰਹੀਆਂ ਨੇ, ਅਵੇਅਰਨੈਸ ਲਈ ਕੀ ਕਰਨਾ ਚਾਹੀਦਾ ਹੈ। ਚੱਪੇ ਚੱਪੇ ਦੇ ਉੱਤੇ ਅਸੀਂ ਦੇਖਿਆ ਵੀ ਮਾਰਚ ਵੀ ਕੱਢੇ ਗਏ ਲੋਕਾਂ ਦੇ ਵੱਲੋਂ, ਕਾਫੀ ਹੱਦ ਤੱਕ ਰੈਲੀਆਂ ਤੱਕ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਇਹ ਨਹੀਂ ਹੋਣੀ ਚਾਹੀਦੀ, ਇਹ ਬਹੁਤ ਹੀ ਬੁਰਾ ਹੋਇਆ। ਹੁਣ ਕਈ ਪੱਤਰਕਾਰਾਂ ਨੇ ਵੀ ਇਹਨੂੰ ਆਪੋ ਆਪਣੇ ਤਰੀਕੇ ਦੇ ਨਾਲ ਚੱਕਿਆ ਗੁਰਪ੍ਰੀਤ, ਔਰ ਅਸੀਂ ਦੇਖਿਆ ਕਿ ਕਿਸੇ ਨੇ ਇਹਦੇ ਤੇ ਆਪਣੀ ਰਾਏ ਰੱਖੀ ਤਾਂ ਕਈ ਪੱਤਰਕਾਰਾਂ ਨੂੰ ਇਹਦਾ ਖਾਮਿਆਜ਼ਾ ਭੁਗਤਣਾ ਪਿਆ, ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਜਦੋਂ ਇਦਾਂ ਦੇ ਮੁੱਦਿਆਂ ਦੇ ਉੱਤੇ ਬਹੁਤ ਸੈਂਸਿਟਿਵ ਇਸ਼ੂ ਹੁੰਦੇ ਨੇ, ਕਿ ਇਹ ਉਨੇ ਕਦੇ ਨਹੀਂ ਇਹਨਾਂ ਮੁੱਦਿਆਂ ਦੀ ਸੈਂਸਿਟਿਵਿਟੀ ਦਿਖਾਈ ਦਿੰਦੀ ਹੈ ਜਦੋਂ ਇਹ ਮਾਮਲਾ ਵਾਪਰਿਆ ਹੁੰਦਾ ਹੈ ਤੇ ਕੁਝ ਦਿਨਾਂ ਬਾਅਦ ਇਹ ਸੈਂਸਿਟਿਵਿਟੀ ਔਰ ਇਹ ਮੁੱਦਾ ਸਭ ਦੇ ਜ਼ਿਹਨ ਚੋਂ ਆਊਟ ਹੋ ਜਾਣਾ ਹੈ, ਫਿਰ ਕੋਈ ਨਵਾਂ ਕੇਸ ਆਏਗਾ, ਫਿਰ ਕੋਈ ਨਵਾਂ ਸੁਸਾਈਡ ਹੋਏਗਾ, ਫਿਰ ਉਦੋਂ ਵੀ ਹਰ ਪਲੇਟਫਾਰਮ ਤੇ ਗੱਲ ਹੋਏਗੀ। ਸੋ ਇਹ ਸਿਲਸਿਲਾ ਕੀ ਇਦਾਂ ਹੀ ਚੱਲਦਾ ਆਣਾ ਹੈ ਜਾਂ ਆ ਰਿਹਾ ਹੈ ਜਾਂ ਇਹਦੇ 'ਚ ਕੁਝ ਹੋਰ ਹੋ ਸਕਦਾ ਹੈ? ਜਿਹੜੇ ਪਲੇਟਫਾਰਮਸ ਗੱਲ ਕਰਦੇ ਆ ਲਾਈਕ ਫॉर ਐਗਜ਼ਾਮਪਲ ਜਿਹੜਾ ਰੇਡੀਓ ਟਾਕ ਹੋਸਟਸ ਦਾ ਜਿਹਨੂੰ ਸਸਪੈਂਡ ਕੀਤਾ ਰਾਈਟ, ਉਹਨੂੰ ਨੌਲੇਜ ਤਾਂ ਹੈ ਨਹੀਂਗੀ ਮੈਂਟਲ ਹੈਲਥ ਬਾਰੇ, ਉਹਨੂੰ ਇਹ ਵੀ ਨਹੀਂ ਨੌਲੇਜ ਹੈਗੀ ਵਿਕਟਮ ਬਲੇਮਿੰਗ ਕੀ ਹੁੰਦੀ ਆ ਜਾਂ ਕੋਈ ਵੀ ਨੌਲੇਜ ਹੈ ਨਹੀਂਗੀ ਕੇਸ ਬਾਰੇ। ਉਹ ਖੁਦ ਆਪ ਕਹਿੰਦਾ ਆ ਵੀ ਅਸੀਂ ਤਾਂ ਪੂਰਾ ਨਹੀਂ ਆ, ਬਟ ਐਟ ਦ ਐਂਡ ਆਫ ਦ ਡੇ ਮੈਂ ਇਹਦੇ ਬਾਰੇ ਪਰ ਗੱਲ ਕਰਨੀ ਆ 4 ਐਪੀਸੋਡਸ ਦੇ ਬਹੁਤ ਪਿਆ ਜ਼ਿਆਦਾ ਜਰਨਲਿਜ਼ਮ ਤਾਂ ਹੀ ਨਹੀਂ ਇਹਦੇ ਵਿੱਚ ਐਂਡ ਇਹ ਵੀ ਨਹੀਂ ਸੋਚਦੇ ਵੀ ਤੁਹਾਨੂੰ ਗੱਲ ਕਿੱਦਾਂ ਕਰਨੀ ਚਾਹੀਦੀ ਹੈ ਜਾਂ ਕੀ ਬੋਲਣਾ ਚਾਹੀਦਾ ਆ। ਨੌਲੇਜ ਹੀ ਹੈ ਨਹੀਂਗੀ ਬੋਲਣਾ ਕੀ ਹੈ, ਜਿੱਦਾਂ ਇੰਡੀਆ ਦੇ ਵੀ ਬੈਠੇ ਗੱਲਾਂ ਕਰਦੇ ਆ ਏਦਾਂ ਦਾ ਤੁਸੀਂ ਟਾਕ ਸ਼ੋ ਹੋਸਟ ਕੀਤਾ ਆ ਐਂਡ ਦੇयर इज ਨਥਿੰਗ, ਦੇयर ਇਜ਼ ਨੋ ਨੌਲੇਜ। ਸੋ ਦੇ ਗੌਸਪ ਪਿਆ ਚੁੱਕੀਆਂ ਉਦਾਂ ਹੀ ਕੋਈ ਨੌਲੇਜ ਨਹੀਂ ਵੀ ਪਤਾ ਵੀ ਆ ਪੂਰੇ ਕੇਸ ਬਾਰੇ ਨੌਲੇਜ ਹੈਗੀ ਆ ਵੀ ਕੀ ਹੋ ਰਿਹਾ ਆ, ਕੇਸ ਕਾਤੇ ਇੰਡੀਆ ਪੇਰੈਂਟਸ ਦੇ ਉੱਤੇ ਹੋਇਆ ਆ ਰਾਈਟ, ਵੀ ਉਹ ਡਾਰੀ ਸੀਗੀ ਨਾਲੇ ਸੁਸਾਈਡ ਅਟੈਂਪਟ, ਕਈ ਮੈਸੇजेस ਐਸੇ ਕਈ ਪ੍ਰੂਫ ਆ ਜਿਹੜਾ ਮੈਂ ਪੋਸਟ ਵੀ ਨਹੀਂ ਕਰ ਸਕਦੀ, ਕਿੰਨੇ ਹੋਰ ਵੀਡੀਓਜ਼ ਆ ਪਰ ਮੈਂ ਪੋਸਟ ਨਹੀਂ ਕਰ ਸਕਦੀ। ਪਰ ਜੇ ਤੁਸੀਂ ਆਪ ਖੁਦ ਵਿਕਟਮ ਬਲੇਮ ਕਰਦੇ ਆ ਨਾਲੇ ਕਹਿੰਦੇ ਆ ਚੀਜ਼ਾਂ ਲਾਈਕ ਉਹਨੂੰ ਸੁਸਾਈਡ ਨਹੀਂ ਕਰਨਾ ਚਾਹੀਦਾ ਸੀਗਾ ਜਾਂ ਇਹਦਾ ਘਰੇਲੂ ਮਾਮਲੇ ਆ ਲਾਈਕ ਯੂ نو, ਫਿਰ ਤੁਸੀਂ ਆਪ ਹੀ ਉਹਨਾਂ ਨੂੰ ਚੁੱਪ ਕਰਾਈ ਜਾਂਦੇ ਆ ਵਿਕਟਮਸ ਨੂੰ ਤੁਸੀਂ ਸਾਇਲੈਂਟ ਕਰੀ ਜਾਂਦੇ ਆ। ਸੋ ਇਟਸ ਐਨ ਇਸ਼ੂ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਇਸ਼ੂ ਆ, ਜਿਹਨੂੰ ਮਰਜ਼ੀ ਹੋਸਟ ਬਣਾ ਦਿੱਤਾ ਹੈ, ਨੌਲੇਜ ਕੋਈ ਹੈ ਨਹੀਂਗੀ ਐਂਡ ਉਹ ਆਪ ਹੀ ਫਿਰ ਬਕਵਾਸ ਕਰਦੇ ਨੇ। ਦੈਟਸ ਇਟ, ਇਟਸ ਅ ਕਾਮੇਡੀ ਸ਼ੋਅ ਬਣਿਆ ਹੈ। ਜੀ ਗੁਰਪ੍ਰੀਤ, ਤੁਹਾਡੀ ਆਵਾਜ਼ ਸਾਨੂੰ ਵਿੱਚੋਂ ਥੋੜੇ ਰੁਕ ਰੁਕ ਕੇ ਆ ਰਹੀ ਹੈ। ਆਈ ਥਿੰਕ ਤੁਸੀਂ ਆਪਣੇ ਥੋੜਾ ਜਿਹਾ, ਹਾਂਜੀ ਬਿਲਕੁਲ ਜੀ ਬਿਲਕੁਲ ਗੁਰਪ੍ਰੀਤ ਸੁਣ ਪਾ ਰਹੇ ਹਾਂ ਤੁਹਾਨੂੰ। ਗੁਰਪ੍ਰੀਤ ਓਕੇ, ਅਗਲਾ ਸਵਾਲ ਮੇਰਾ ਇਹ ਹੈ ਕਿ ਓਕੇ ਠੀਕ ਹੈ, ਵਾਕਈ ਹੀ ਕਿਉਂਕਿ ਇਦਾਂ ਦੇ ਮੁੱਦੇ ਹੈਗੇ ਜਦੋਂ ਵੀ ਕੋਈ ਇਦਾਂ ਦੀ ਸਮਾਜ ਦੇ ਵਿੱਚ ਘਟਨਾ ਵਾਪਰਦੀ ਜਿਹਦੇ ਵਿੱਚ ਸਪੈਸ਼ਲੀ ਕਿਸੇ ਦੀ ਜਾਨ ਹੀ ਚਲੀ ਗਈ, ਉਹ ਬਹੁਤ ਸੈਂਸਿਟਿਵ ਮੁੱਦੇ ਹੁੰਦੇ ਨੇ, ਉਹਨਾਂ ਦੇ ਉੱਤੇ ਸਾਨੂੰ ਚਾਹੀਦਾ ਵੀ ਅਸੀਂ ਇੱਦਾਂ ਦੀ ਅਵੇਅਰਨੈਸ ਕ੍ਰੀਏਟ ਕਰੀਏ ਵੀ ਕੋਈ ਨੈਕਸਟ ਨਾ ਹੋਵੇ, ਮਤਲਬ ਕੋਈ ਨਵੀਂ ਮਨਦੀਪ ਕੌਰ ਨਾ ਬਣ ਰਹੀ ਹੋਵੇ। ਪਿੱਛੇ ਜੋ ਜਿੰਨੇ ਹੋ ਚੁੱਕੇ ਨੇ, ਕਈ ਮਨਦੀਪ ਕੌਰਾਂ ਅਸੀਂ ਜਾਂਦੀਆਂ ਦੇਖੀਆਂ ਤੇ ਸਟਿਲ ਅਸੀਂ ਦੇਖ ਰਹੇ ਹਾਂ, ਅੱਗੇ ਪਤਾ ਨਹੀਂ ਕਿੰਨੀਆਂ ਦੇਖਣੀਆਂ। ਮਸਲਾ ਹੈ ਕਿ ਨਾ
ਚੀਜ਼ਾਂ ਨੂੰ ਰੋਕਣਾ ਕਿਵੇਂ ਹੈ, ਇਹਨਾਂ ਦੇ ਲਈ ਹਰ ਪਲੇਟਫਾਰਮ ਦੇ ਉੱਤੇ ਅਵੇਅਰਨੈਸ ਕਿਵੇਂ ਹੋਣੀ ਚਾਹੀਦੀ ਹੈ? ਅਵੇਅਰਨੈਸ ਦੇ ਵਿੱਚ ਤੁਸੀਂ ਕੀ ਗੁਰਪ੍ਰੀਤ ਨੋਟ ਕੀਤਾ ਹੈ? ਕਿਸ ਚੀਜ਼ ਦੀ ਘਾਟ ਤੁਹਾਨੂੰ ਲੱਗਦੀ ਹੈ? ਤੁਸੀਂ ਕਿਸੇ ਇੱਕ ਮਾਮਲੇ ਨਾਲ ਨਹੀਂ ਨਿਪਟ ਰਹੇ, ਵਰਲਡ ਵਾਈਡ ਤੁਹਾਡੀ ਸੰਸਥਾ ਕੰਮ ਕਰਦੀ ਹੈ, ਤੁਹਾਡੇ ਤੱਕ ਲੱਖਾਂ ਹਜ਼ਾਰਾਂ ਕੇਸ ਪਹੁੰਚਦੇ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਕੰਮ ਕਰਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਹੈ ਘਾਟ ਜਿਹੜੀ ਹੈ ਤੁਹਾਨੂੰ ਕਿੱਥੇ ਨਜ਼ਰ ਆਉਂਦੀ ਹੈ? ਫੈਮਿਲੀ ਸਪੋਰਟ ਸਪੋਰਟ ਹੈ ਨਹੀਂ ਫੈਮਿਲੀ ਤੋਂ ਬਿਲਕੁਲ। ਸੋ ਜਦੋਂ ਕੋਈ ਵੀ ਵੂਮਨ ਔਰ ਮੈਨ ਡਿਵੋਰਸ ਵੀ ਚਾਹੁੰਦਾ ਆ ਜਾਂ ਕੁਝ ਵੀ ਚਾਹੁੰਦਾ ਕਿਸ ਦੇਰ ਉਹਨਾਂ ਨੂੰ ਕੋਟ ਮਾਰ ਪੈਂਦੀ ਆ ਘਰੇ ਜਾਂ ਜੋ ਵੀ ਆ, ਫੈਮਿਲੀ ਕਹਿੰਦੀ ਵੀ ਇਕੱਠੀ ਰਹੋ, ਸੋਸਾਇਟੀ ਵਿੱਚ ਤਮਾਸ਼ਾ ਕਰੋ, ਤਮਾਸ਼ਾ ਲੋਕ ਕੀ ਕਹਿਣਗੇ, ਇਹ ਗੱਲਾਂ ਜ਼ਿਆਦਾ ਇੰਪੋਰਟੈਂਟ ਆ ਪਰ ਆਪਣੇ ਨਿਆਣੇ ਦੀ ਸਾਡੀ ਸੇਫਟੀ ਨਹੀਂ। ਇਹ ਨਹੀਂਗਾ ਵੀ ਉਹ ਇੰਨੇ ਦੁਖੀ ਆ ਜਾਂ ਕਿੰਨੇ ਸਟ੍ਰੈਸ ਦੇ ਵਿੱਚ ਆ ਕਿਉਂਕਿ ਕਈ ਕੁਝ ਘਰੇ ਹੋ ਰਿਹਾ ਆ ਰਾਈਟ। ਏਦਾਂ ਵੀ ਕਹਿ ਦਿੰਦੇ ਆ ਵੀ ਜਦੋਂ ਹੁਣ ਵਿਆਹ ਹੋ ਗਿਆ ਆ ਬਸ ਉਹਨੂੰ ਤੇਰਾ ਹੀ ਘਰ ਆ, ਏਦਾਂ ਦੀ ਸਟ੍ਰੈਸ ਪਾ ਦਿੰਦੇ ਆ ਵੀ ਵਾਪਸ ਦੇਖ ਵੀ ਨਹੀਂ ਸਕਦੇ। ਸੋ ਦੈਨ ਦੇ ਫੀਲ ਅਲੋਨ। ਇਹ ਚੀਜ਼ਾਂ ਜਿਹੜੀ ਸਾਡੀ ਸੋਸਾਇਟਲ ਕਮਿਊਨਿਟੀ ਦੇ ਵਿੱਚ ਅਸੀਂ ਨੋਰਮ ਕੀਤੀਆਂ ਇਹ ਚੀਜ਼ਾਂ, ਤਾਂ ਕਰਕੇ ਜਿਹੜੀ ਸਪੋਰਟ ਆ ਹੁਣ ਮੇਰੇ ਆਰਗੇਨਾਈਜੇਸ਼ਨ ਕੋਲ ਕਾਹਤੇ ਹੁੰਦੀ ਆ ਤੇ ਸਾਡੇ ਪੇਰੈਂਟਸ ਕੋਲ ਕਾਹਤੇ ਨਹੀਂ ਜਾ ਸਕਦੇ ਰਾਈਟ। ਇੱਕੋ ਤਾਂ ਨਹੀਂ ਜਾਂਦੇ ਬਿਕਾਜ਼ ਉਹਨਾਂ ਕੋਲ ਅਗੇਨ ਨੌਲੇਜ ਨਹੀਂ ਹੈ ਨਹੀਂ ਕਿੱਦਾਂ ਸਪੋਰਟ ਕਰੀਦੀ ਹੈ ਵਿਕਟਿਮ ਨੂੰ, ਵੀ ਤੁਸੀਂ ਕਿੱਦਾਂ ਉਹਨਾਂ ਨੂੰ ਚੁੱਪ ਨਹੀਂ ਕਰਾਈਦਾ, ਉਹਨਾਂ ਨੂੰ ਗੱਲ ਕਰਨ ਦਿਓ ਜੋ ਵੀ ਹੈਗਾ ਆ, ਸਿਟ ਡਾਊਨ ਐਂਡ ਟਾਕ ਟੂ ਦਮ। ਨਾਲੇ ਕੋਈ ਬੈਡ ਚੀਜ਼ ਨਹੀਂ ਕਿ ਪਲੀਜ਼ ਨੂੰ ਕੰਟੈਕਟ ਕਰਕੇ ਸਪੋਰਟ ਲੈਣ ਦੀ ਜਾਂ ਰਿਪੋਰਟ ਕਰਨ ਦੀ। ਜਾਂ ਸਾਡੇ ਕੇਸਿਸ ਹੁੰਦੇ ਆ ਵੀ 100 ਕੇਸਿਸ ਦੇ ਵਿੱਚੋਂ ਕੱਲੇ 3 ਕੋਰਟ 'ਚ ਜਾਂਦੇ ਆ ਰਾਈਟ। 3 ਜਾਂ 4% ਆ ਚਾਂਸ ਫॉर ਇਵਨ ਐਨੀਥਿੰਗ ਟੂ ਗੋ ਫੋਰਵਰਡ, ਪਰ at least ਰਿਪੋਰਟ ਕਰੋ, ਸਪੋਰਟ ਵੀ ਦਿਖਾਓ ਆਪਣੇ ਨਿਆਣੇ ਨੂੰ ਵੀ ਓਕੇ ਤੇ ਨਾ ਇਹ ਹੋਇਆ ਆ ਪਰ ਹੁਣ ਅਸੀਂ ਤੇਰੇ ਲਈ ਅਸੀਂ ਇਹ ਕਰੂਗੇ ਵੀ ਏਦਾਂ ਨਾ ਹੋਵੇ ਵੀ ਉਹਨੂੰ ਲੱਗੇ ਵੀ ਉਹਨੂੰ ਉੱਥੇ ਹੀ ਰਹਿਣਾ ਪਊਗਾ ਉਸ ਲਾਈਕ ਯੂ ਨੋ ਇਟਸ ਲਾਈਕ ਅ ਪ੍ਰਿਜ਼ਨ ਫॉर them। ਸੋ ਡਿਪਰੈਸ਼ਨ ਬਾਰੇ, ਮੈਂਟਲ ਹੈਲਥ ਬਾਰੇ ਗੱਲ ਕਰ ਲਓ, ਡੋਮੈਸਟਿਕ ਅਬਿਊਜ਼ ਬਾਰੇ ਗੱਲ ਕਰ ਲਓ, ਸੈਕਸ਼ੂਅਲ ਅਬਿਊਜ਼ ਬਾਰੇ ਗੱਲ ਕਰ ਲਓ, ਇਹ ਚੀਜ਼ਾਂ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਗੱਲ ਹੀ ਨਹੀਂ ਕਰਦੇ। ਸੋ ਜਦੋਂ ਟੌਪਿਕ ਹੁੰਦੀ ਆ ਜਾਂ ਸਾਡੇ ਨਾਲ ਬੀਤਦੀ ਆ ਸਾਨੂੰ ਪਤਾ ਨਹੀਂ ਅਸੀਂ ਕੀ ਕਰੀਏ, ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੁਣ ਇੱਥੇ ਆਏ ਹੋ ਆ, ਲਾਅ ਬਾਰੇ ਨਹੀਂ ਪਤਾ ਇੱਥੇ ਕੀ ਕਿੰਨੇ ਫੈਸਿਲਿਟੀਜ਼ ਆ, ਕਿੰਨੀ ਆਰਗੇਨਾਈਜੇਸ਼ਨਸ ਆ, ਕਿੰਨਾ ਸਪੋਰਟ ਲੈ ਸਕਦੇ ਆ। ਪਰ ਜਿਹੜਾ ਸਪੋਰਟ ਸਾਨੂੰ ਸਭ ਤੋਂ ਜ਼ਿਆਦਾ ਵਿਕਟਿਮ ਨੂੰ ਚਾਹੀਦਾ ਹੁੰਦਾ ਹੈ ਫੈਮਿਲੀ ਤੋਂ ਚਾਹੀਦਾ ਹੁੰਦਾ ਆ, ਉਹ ਨਹੀਂ ਜਦੋਂ ਮਿਲਦਾ ਉਹ ਡਰ ਜਾਂਦੇ ਆ ਨਾਲ ਚੁੱਪ ਵੀ ਪੈ ਜਾਂਦੇ ਆ। ਇਹ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਹੀ ਵੱਡੀ ਇਸ਼ੂ ਆ। ਇਸ਼ੂ ਕਾਹਤੇ ਆ ਹੁਣ ਦੇਖੋ ਜਿਹੜਾ ਸ਼ੋਅ ਹੋਇਆ ਹੈ ਟਾਕ ਸ਼ੋਅ ਉਸ ਇੰਨੀ ਬਕਵਾਸ ਕਰਦਾ ਸੀਗਾ, ਜਦੋਂ ਸਾਡੇ ਹੁਣ ਵਿਕਟਿਮਸ ਉਹ ਚੀਜ਼ਾਂ ਸੁਣਦੇ ਆ ਦੈਨ ਦੇ ਸਾਨੂੰ ਵੀ ਨਹੀਂ ਗੱਲ ਕਰਨੀ ਚਾਹੀਦੀ ਰਾਈਟ, ਚੁੱਪ ਰਹਿਣਾ ਚਾਹੀਦਾ। ਤਾਂ ਹੀ ਤਾਂ ਇੰਨੀਆਂ ਮਨਦੀਪ ਹੈਗੀਆਂ ਆ। ਤੁਸੀਂ ਕਹਿੰਦੇ ਆ ਵੀ ਮੈਨੂੰ ਥਾਊਜ਼ੈਂਡਸ ਆਫ ਈਮੇਲਸ ਆਉਂਦੇ ਆ, ਮੈਂ ਤੁਹਾਨੂੰ 50+ ਕੇਸਿਸ ਹੁਣ ਦਿਖਾ ਸਕਦੀ ਹਾਂ ਜਿਹਦੇ ਵਿੱਚ ਮੈਨੂੰ ਵੀਡੀਓਜ਼ ਭੇਜੀਆਂ ਆ ਕੁੱਟਮਾਰ ਦੀਆਂ, ਨਿਆਣਿਆਂ ਦੀਆਂ ਵੀ, ਕਿਡਸ ਦੀਆਂ ਵੀ, ਲਾਈਕ ਆਪਣੇ ਆਪ ਦੀਆਂ ਵੀ, ਹਸਬੈਂਡ ਮਾਰਦਾ ਆ ਜਾਂ ਕੋਈ ਜਣਾ ਵੀ ਮਦਰ ਇਨ ਲਾਅ ਫਾਦਰ ਇਨ ਲਾਅ ਕਰਦੇ ਆ। ਮੈਨੂੰ ਇਦਾਂ ਦੀਆਂ ਵੀਡੀਓਜ਼ ਆ ਨਾ ਮੋਸਟ ਲਾਈਕਲੀ ਐਂਡ ਤੇ ਮੈਸੇਜ ਇਹੀ ਲਿਖਿਆ ਹੁੰਦਾ ਆ ਵੀ ਪੇਰੈਂਟਸ ਨੂੰ ਨਹੀਂ ਮੈਂ ਦੱਸਣਾ ਪਰ ਤੁਹਾਡੀ ਹੈਲਪ ਚਾਹੀਦੀ ਹੈ। ਇਹ ਵੱਡੀ ਪ੍ਰੋਬਲਮ ਹੈ ਸਾਡੀ ਕਮਿਊਨਿਟੀ ਦੇ ਵਿੱਚ ਵੀ ਪੇਰੈਂਟਸ ਕੋ ਨਹੀਂ ਅਸੀਂ ਜਾ ਸਕਦੇ ਬਿਕਾਜ਼ ਬਹੁਤ ਇਸ ਵੇਲੇ ਇਹ ਇਹੋ ਜੀ ਇੱਕ ਬਿਮਾਰੀ ਹੈ ਜਿਹੜੀ ਚਿੰਬੜੀ ਹੋਈ ਹੈ। ਇੱਥੇ ਸਿਰਫ ਬਾਰ-ਬਾਰ ਅਸੀਂ ਇਸ ਪਲੇਟਫਾਰਮ ਦੇ ਉੱਤੇ ਇੱਕੋ ਗੱਲ ਕੀਤੀ ਕਿ ਇੱਥੇ ਸਿਰਫ ਵਿਕਟਮ ਜਿਹੜੀਆਂ ਨੇ ਔਰਤਾਂ ਨੂੰ ਅਸੀਂ ਨਹੀਂ ਕਹਿ ਰਹੇ, ਘਰ ਦੇ ਵਿੱਚ ਹਰ ਸ਼ਖਸ ਕੋਈ ਵੀ ਪਰਿਵਾਰਕ ਮੈਂਬਰ ਇਸ ਤਰ੍ਹਾਂ ਦੇ ਟਰਾਮਾ 'ਚੋਂ ਗੁਜ਼ਰਦਾ ਹੈ। ਅਸੀਂ ਕਈ ਦੇਸ਼ਾਂ ਦੇ ਵਿੱਚ, ਕਈ ਕੰਟਰੀਜ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਿੱਥੇ ਬਹੁਤ ਸਾਰੀਆਂ ਫੀਮੇਲਸ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ, ਕਈ ਆਪਣੀ ਆਵਾਜ਼ ਸੋਸ਼ਲ ਮੀਡੀਆ ਤੱਕ ਲੈ ਕੇ ਵੀ ਗਈਆਂ। ਅਸੀਂ ਦੇਖਿਆ ਜਿਹੜੀਆਂ ਅਰਬੀ ਕੰਟਰੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਈ ਫੀਮੇਲਸ ਨੇ ਆਪਣੀ ਆਵਾਜ਼ ਚੁੱਕੀ, ਉਹਨਾਂ ਨੇ ਕਿਹਾ ਵੀ ਸਾਡੇ ਨਾਲ ਇੱਥੇ ਗਲਤ ਹੁੰਦਾ ਹੈ, ਸੈਕਸ਼ੂਅਲ ਹਰਾਸਮੈਂਟ ਦਾ ਉਹ ਸ਼ਿਕਾਰ ਹੁੰਦੀਆਂ ਨੇ, ਅਬਿਊਜ਼ ਦਾ ਸ਼ਿਕਾਰ ਹੋ ਰਹੀਆਂ ਨੇ, ਸਾਨੂੰ ਇੱਥੋਂ ਕੱਢੋ। ਜਦੋਂ ਇੱਦਾਂ ਦੀਆਂ ਅਸੀਂ ਗੱਲਾਂ ਸੁਣੀਆਂ, ਇੱਦਾਂ ਦੀ ਉਹਨਾਂ ਦੀ ਜਿਹੜੀ ਹੈ ਅਪੀਲ ਸੁਣੀ, ਪਰ ਉਹ ਸੁਣੀ ਸਿਰਫ ਅਸੀਂ, ਪਰ ਉਹਦੇ ਲਈ ਜ਼ਿਆਦਾ ਕੁਛ ਕਰ ਨਹੀਂ ਪਾਏ। ਅੰਤ ਦੇ ਵਿੱਚ ਜਦੋਂ ਕੁਛ ਉਹਨਾਂ ਦਾ ਕੁਛ ਨਹੀਂ ਹੋ ਪਾਉਂਦਾ, ਕੋਈ ਉਹਨਾਂ ਵਾਸਤੇ ਕੁਛ ਨਹੀਂ ਕਰ ਪਾਉਂਦਾ, ਉਹਨਾਂ ਨੂੰ ਉੱਥੋਂ ਬਾਹਰ ਨਹੀਂ ਕੱਢ ਪਾਉਂਦਾ, ਤਾਂ ਉਹਨਾਂ ਦਾ ਇੱਕ ਲਾਈਫ ਸਟਾਈਲ ਦਾ ਇੱਕ ਹਿੱਸਾ ਬਣ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਇਹ ਦਿਖਾਈ ਦੇ ਜਾਂਦਾ ਵੀ ਸਾਡੇ ਲਈ ਕੋਈ ਕੁਛ ਕਰਨ ਵਾਲਾ ਨਹੀਂ ਹੈਗਾ, ਔਰ ਉਹ ਉਸੇ ਹੀ ਲਾਈਫ ਦੇ ਗੋ ਥਰੂ ਹੁੰਦੀਆਂ ਨੇ, ਪੂਰੀ ਇੰਟਾਇਰ ਲਾਈਫ ਉਹਨਾਂ ਦੀ ਉਹਨਾਂ ਦੇ ਵਿੱਚੋਂ ਹੀ ਜਿਹੜੀ ਗੁਜ਼ਰਦੀ ਹੈ। ਇਸ ਲਈ ਇਹ ਚੀਜ਼ਾਂ ਰੋਕਣੀਆਂ ਬਹੁਤ ਜ਼ਰੂਰੀ ਨੇ। ਜਿੰਨਾ ਸਾਡਾ, ਤੁਹਾਡਾ, ਸਮਾਜ ਦਾ, ਸੁਸਾਇਟੀ ਦਾ, ਸਰਕਾਰਾਂ ਦਾ ਅਹਿਮ ਰੋਲ ਹੋਣਾ ਚਾਹੀਦਾ ਹੈ, ਉਹ ਘੱਟੋ ਘੱਟ ਜ਼ਰੂਰ ਉਸ ਦੇ ਉੱਤੇ ਜਿਹੜੀ ਹੈ
ਕੋਈ ਨਾ ਕੋਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹ ਚੀਜ਼ਾਂ ਰੁਕ ਸਕਣ, ਕਿਉਂਕਿ ਜਾਣ ਵਾਲਾ ਕੋਈ ਵੀ ਸ਼ਖਸ ਹੈ ਜਿਹੜਾ ਸੁਸਾਈਡ ਤੱਕ ਪਹੁੰਚ ਗਿਆ, ਜਿਹਦੇ ਨਾਲ ਇਸ ਤਰੀਕੇ ਨਾਲ ਵਾਇਲੈਂਸ ਹੋ ਰਹੀ ਹੈ, ਉਹ ਕੋਈ ਵੀ ਸ਼ਖਸ ਹੋ ਸਕਦਾ ਹੈ। ਉਹ ਕੋਈ ਬੱਚਾ ਹੋ ਸਕਦਾ ਹੈ, ਕੋਈ ਬਜ਼ੁਰਗ ਹੋ ਸਕਦਾ ਹੈ, ਕੋਈ ਮੇਲ ਹੋ ਸਕਦਾ ਹੈ, ਕੋਈ ਫੀਮੇਲ ਹੋ ਸਕਦੀ ਹੈ। ਪਰ ਕਿਉਂਕਿ ਸੁਸਾਇਟੀ ਦੇ ਵਿੱਚੋਂ ਗੁਜ਼ਰਨ ਦਾ ਜਿਹੜਾ ਉਹਨਾਂ ਦਾ ਰਸਤਾ ਹੁੰਦਾ ਨਾ, ਜਿਹੜੀ ਆਪਣੀ ਪਰੇਸ਼ਾਨੀ ਦੱਸਣ ਦਾ, ਉਹ ਇੰਨਾ ਕੁ ਜ਼ਿਆਦਾ ਔਖਾ ਹੁੰਦਾ ਹੈ ਕਿ ਉਹ ਗੱਲਾਂ ਬਾਤਾਂ ਹੀ ਕਹਿੰਦੇ ਬੰਦੇ ਨੂੰ ਮਾਰ ਦਿੰਦੀਆਂ ਨੇ। ਕਿਉਂਕਿ ਹਰ ਸੁਸਾਇਟੀ ਦੇ ਵਿੱਚ ਚਾਹੇ ਬੰਦੇ ਲਈ ਗੱਲਾਂ ਹੋਣ ਜਾਂ ਫੀਮੇਲ ਲਈ ਹੋਣ ਜਾਂ ਬੱਚੇ ਲਈ, ਬਜ਼ੁਰਗ ਲਈ, ਹਰ ਕੋਈ ਉਸ ਮੈਂਟਲ ਸਟ੍ਰੈਸ ਤੋਂ ਜਦੋਂ ਗੁਜ਼ਰ ਰਿਹਾ ਹੁੰਦਾ ਹੈ ਤਾਂ ਉਹਨੂੰ ਸਮਝਣਾ ਸ਼ਾਇਦ ਉਦੋਂ ਤੱਕ ਮੁਸ਼ਕਿਲ ਹੁੰਦਾ ਹੈ ਜਦੋਂ ਤੱਕ ਸਾਡੇ ਖੁਦ ਦੇ ਉੱਤੇ ਉਹ ਚੀਜ਼ਾਂ ਬੀਤੀਆਂ ਨਾ ਹੋਣ ਜਾਂ ਅਸੀਂ ਕਿਸੇ ਆਪਣੇ ਨੂੰ ਉਸ ਟਰੋਮਾ ਦੇ ਵਿੱਚੋਂ ਗੁਜ਼ਰਦੇ ਹੋਏ ਦੇਖਿਆ ਨਾ ਹੋਵੇ। ਸੋ ਇਸ ਲਈ ਜਦੋਂ ਇਸ ਪਲੇਟਫਾਰਮ ਦੇ ਉੱਤੇ ਗੱਲ ਹੋ ਰਹੀ ਹੈ, ਦਾ ਕੋਰ ਮੂਵਮੈਂਟ ਜਿਹੜੇ ਹੈ ਇਹਨਾਂ ਦਾ ਆਪਣੇ ਤੌਰ ਦੇ ਉੱਤੇ, ਅਸੀਂ ਪਹਿਲਾਂ ਵੀ ਦੇਖਿਆ ਇੱਦਾਂ ਦੇ ਮੁੱਦਿਆਂ ਨੂੰ ਚੁੱਕਦੇ ਰਹਿੰਦੇ ਨੇ, ਇਹਨਾਂ ਦੇ ਉੱਤੇ ਬੇਬਾਕੀ ਦੇ ਨਾਲ ਗੱਲ ਕਰਦੇ ਨੇ। ਜਿੰਨਾ ਹੋ ਸਕੇ ਜਿਹੜਾ ਵੀ ਪੀੜਤ ਪਰਸਨ ਹੁੰਦਾ ਹੈ ਇਹ ਉਹਨਾਂ ਦੀ ਮਦਦ ਲਈ ਵੀ ਅੱਗੇ ਆਉਂਦੇ ਨੇ, ਗੱਲਬਾਤ ਕਰਦੇ ਨੇ। ਸੋ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ। ਸਾਡੀ ਸਾਰਿਆਂ ਦੀ ਵੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਵੀ ਅਸੀਂ ਐਟਲੀਸਟ ਕੋਈ ਜ਼ਿੰਦਗੀ ਬਚਾ ਸਕੀਏ, ਨਾ ਕਿ ਕੋਈ ਜ਼ਿੰਦਗੀ ਉਹ ਜਿਹਨੂੰ ਕੋਈ ਸੁਣ ਨਹੀਂ ਪਾਇਆ, ਉਹਦੀ ਸੁਣਵਾਈ ਨਹੀਂ ਹੋ ਪਾਈ ਤਾਂ ਉਹ ਰੁਕ ਗਏ। ਗੁਰਪ੍ਰੀਤ, ਤੁਸੀਂ ਸੁਣ ਪਾ ਰਹੇ ਹੋ? ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਪਾ ਰਹੀ ਹੈ? ਯੈਸ ਜੀ ਗੁਰਪ੍ਰੀਤ, ਤੁਸੀਂ ਆਪਣੇ ਫਰੇਮ ਨੂੰ ਕਿਤੇ ਵੀ ਰੱਖ ਸਕਦੇ ਹੋ ਤਾਂ ਕਿ ਤੁਹਾਡੀ ਆਵਾਜ਼ ਕਲੀਅਰਲੀ ਸਾਡੇ ਤੱਕ ਪਹੁੰਚੇ। ਸੋ ਤੁਸੀਂ ਇਹਨੂੰ ਆਪਣੇ ਲੈਪਟਾਪ ਦੇ ਨਾਲ ਜਾਂ ਕਿਤੇ ਵੀ ਟਿਕਾ ਦਿਓ, ਕਿਉਂਕਿ ਤੁਹਾਡਾ ਹੱਥ ਵੀ ਜਿਹੜਾ ਉਹ ਸ਼ੇਕ ਕਰ ਰਿਹਾ, ਤਾਂ ਕਿ ਅਸੀਂ ਤੁਹਾਡੇ ਨਾਲ ਤਸੱਲੀ ਨਾਲ ਗੱਲ ਕਰ ਸਕੀਏ। ਗੁਰਪ੍ਰੀਤ, ਸਵਾਲ ਤੁਹਾਨੂੰ ਇਹ ਕਿ ਜਦੋਂ ਹੁਣ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਤੁਹਾਡੀ ਆਰਗੇਨਾਈਜੇਸ਼ਨ ਕਾਫੀ ਲੰਬੇ ਸਮੇਂ ਤੋਂ ਇਸ ਚੀਜ਼ ਨਾਲ ਕਰ ਰਹੀ ਹੈ, ਜੋ ਤੁਸੀਂ ਆਪਣੇ ਪਲੇਟਫਾਰਮ ਦੇ ਉੱਤੇ ਅਵੇਅਰਨੈਸ ਲਈ ਬਹੁਤ ਸਾਰੀਆਂ ਚੀਜ਼ਾਂ ਵੀ ਕਰ ਰਹੇ ਹੋ। ਹੁਣ ਇਹ ਕਿੰਨਾ ਕੋਈ ਦਾ ਬੈਨੀਫਿਟ ਹੁੰਦਾ ਗੁਰਪ੍ਰੀਤ? ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਉਹਨੇ ਤੁਹਾਡੇ ਵੀ ਹੱਥ ਬੰਨੇ ਹੋਏ ਹੈ, ਤੁਸੀਂ ਸਿਰਫ ਇੱਕ ਆਰਗੇਨਾਈਜੇਸ਼ਨ ਹੋ, ਰਾਈਟ? ਆਈ ਥਿੰਕ ਤੁਸੀਂ ਸ਼ੁਰੂਆਤ ਕੀਤੀ ਸੀ, ਫਾਊਂਡਰ ਹੋ ਇਸ ਆਰਗੇਨਾਈਜੇਸ਼ਨ ਦੇ, ਸ਼ੁਰੂਆਤ ਕੀਤੀ ਸੀ ਤਾਂ ਬਹੁਤ ਘੱਟ ਜਣਿਆਂ ਦੇ ਨਾਲ, ਆਈ ਥਿੰਕ ਤੁਸੀਂ ਇਕੱਲਿਆਂ ਨੇ ਕੀਤੀ ਸੀ। ਕਾਫਲਾ ਹੁਣ ਕਿੱਥੋਂ ਤੱਕ ਪਹੁੰਚ ਗਿਆ? ਤੁਰਦੇ ਤੁਰਦੇ ਕਿੰਨੀ ਟੀਮ ਹੋ ਚੁੱਕੀ ਹੈ? ਤੇ ਸਪੈਸ਼ਲੀ ਜਿਹੜੀ ਇੱਕ ਪ੍ਰਕਿਰਿਆ ਹੈ ਤੁਹਾਨੂੰ, ਜਿਹੜੇ ਅਹਿਮ ਉਹਦੇ ਵਿੱਚ ਰਹਿਣਾ ਪੈਂਦਾ ਹੈ ਅਦਾਰੇ ਦੇ ਵਿੱਚ, ਜਾਂ ਉਨੇ ਕੁ ਤੁਹਾਨੂੰ ਮੈਦਾਨ ਦੇ ਵਿੱਚ ਹੀ ਰਹਿਣਾ ਪਏਗਾ, ਤੁਹਾਡੇ ਕਈ ਚੀਜ਼ਾਂ ਨੇ ਹੱਥ ਬੰਨੇ ਹੋਏ ਹੈ, ਉਹਦੇ ਬਾਰੇ ਵੀ ਸਾਨੂੰ ਪਲੀਜ਼ ਥੋੜਾ ਜਿਹਾ ਕਲੀਅਰ ਕਰੋ। ਸੋ ਕਈ ਵਾਰੀ ਜਦੋਂ ਸਾਨੂੰ ਈਮੇਲਸ ਆਉਂਦੀਆਂ ਆ, ਕਾਈਂਡ ਆਫ ਕਈ ਸੋਚਦੇ ਆ ਵੀ ਅਸੀਂ ਘਰੇ ਉਹਨਾਂ ਦੇ ਪਹੁੰਚ ਜਾਣਾ ਆ, ਅਸੀਂ ਮੈਟਰ ਕਰਨਾ ਆ। ਹਾਂ, ਇੰਡੀਆ ਇਦਾਂ ਅਸੀਂ ਕਰ ਸਕਦੇ ਆ, ਰਾਈਟ? ਅਸੀਂ ਪਹੁੰਚ ਜਾਂਦੇ ਆ, ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਉੱਥੇ ਜਿਹੜਾ ਲੀਗਲ ਸਿਸਟਮ ਆ ਬਹੁਤ ਬੈਡ ਆ। ਹਾਂਜੀ। ਨਾ, ਪਰ ਜਿਹੜੀਆਂ ਸਹੂਲਤਾਂ ਆ, ਸਾਡਾ ਗੋਲ ਇਹ ਹੁੰਦਾ ਪਹਿਲਾਂ ਲੀਗਲ ਸਿਸਟਮ ਜਾਓ, ਆਪਣੀ ਰਿਪੋਰਟ ਬਣਾਓ, ਉਸ ਤੋਂ ਬਾਅਦ ਚੋਂ ਅਸੀਂ ਤੁਹਾਨੂੰ ਜਿੰਨਾ ਅਸੀਂ ਸਪੋਰਟ ਕਰ ਸਕਦੇ ਆ ਕਰੂੰਗੇ। ਸਾਨੂੰ ਪਤਾ ਆ ਵੀ ਅਸੀਂ ਰਿਪੋਰਟ ਕਰੂੰਗੇ ਵੀ ਕਿਤੇ ਕੇਸ ਤੇ ਜਾਣਾ ਨਹੀਂਗਾ। ਜਦੋਂ ਸੈਕਸ਼ੂਅਲ ਅਬਿਊਜ਼ ਨਾਲ ਡੋਮੈਸਟਿਕ ਅਬਿਊਜ਼ ਦੀ ਸਿਚੁਏਸ਼ਨਸ ਹੁੰਦੀਆਂ ਆ, ਇਹ ਬਹੁਤ ਲੈਕ ਆਫ ਸਪੋਰਟ ਆ ਸਾਡੀ ਜਸਟਿਸ ਸਿਸਟਮ ਦੇ ਵਿੱਚ ਇਹਦੇ ਬਾਰੇ, ਰਾਈਟ? ਸੋ ਤਾਂ ਕਰਕੇ ਜਦੋਂ ਸਾਡੇ ਕੋਲ ਆਉਂਦੇ ਆ, ਈਮੇਲ ਕਰਦੇ ਆ, ਅਸੀਂ ਇਦਾਂ ਦਿਖਾਉਂਦੇ ਆ ਵੀ ਅਸੀਂ ਤੁਹਾਨੂੰ ਕਨੈਕਟ ਕਰਦੇ ਆ ਹੋਰ ਕੋਈ ਸਰਵਿਸ ਦੇ ਨਾਲ ਇੰਡੀਆ ਦੇ ਵਿੱਚ। ਫੋਰ ਐਗਜ਼ਾਮਪਲ UK ਤੋਂ ਕਾਲ ਆਉਂਦੀ ਆ ਵੀ ਸਾਨੂੰ ਹੈਲਪ ਚਾਹੀਦੀ ਆ, ਆਹ ਮੇਰੇ ਨਾਲ ਹੋ ਰਿਹਾ ਆ, ਅਸੀਂ ਕਹੋਗੇ ਵੀ ਅਸੀਂ ਤੁਹਾਨੂੰ ਕੋਰ ਮੂਵਮੈਂਟ ਵੋਲੰਟੀਅਰ ਨਾਲ ਕਨੈਕਟ ਕਰੀਏ, ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰਨਾ ਚਾਹੁੰਦੇ ਆ, ਨਾ ਉਹ ਤੁਹਾਨੂੰ ਦੱਸੂਗੇ ਰਿਸੋਰਸਿਸ, ਨਾਲ ਤੁਸੀਂ ਕਿੱਥੇ ਜਾ ਸਕਦੇ ਆ ਹੈਲਪ ਲਈ। ਤੇ ਸਾਡੀ ਕਮਿਊਨਿਟੀ ਦੇ ਵਿੱਚ ਇੰਨੇ ਰਿਸੋਰਸਿਸ ਬਾਰੇ ਪਤਾ ਨਹੀਂਗਾ ਸਾਰਿਆਂ ਨੂੰ, ਨਾ ਜਿਹੜੇ ਪਤਾ ਵੀ ਆ ਇੰਗਲਿਸ਼ ਦੀ ਪ੍ਰੋਬਲਮ ਆ ਜਾਂਦੀ ਆ, ਨਾ ਫਿਰ ਉਹਨਾਂ ਨੂੰ ਪਤਾ ਨਹੀਂ ਕਿੱਦਾਂ ਸਪੋਰਟ ਲੈਣੀ ਆ। ਸੋ ਅਸੀਂ ਇਦਾਂ ਹੁੰਦੇ ਆ ਵੀ ਤੁਸੀਂ ਪੁਲਿਸ ਸਟੇਸ਼ਨ ਤੇ ਵੀ ਰਿਪੋਰਟ ਕਰਨ ਜਾਣਾ ਹੈ, ਅਸੀਂ ਤੁਹਾਡੇ ਨਾਲ ਜਾਂਦੇ ਆ, ਤੁਸੀਂ ਇਕੱਲੇ ਨਹੀਂ ਜਾਓਗੇ। ਤੁਹਾਨੂੰ ਇਟਸ ਮੋਰ ਸਪੋਰਟ ਸਿਸਟਮ ਆ ਤੁਹਾਡੇ ਲਈ, ਵੀ ਤੁਸੀਂ ਨਾ ਫੀਲ ਕਰੋ ਵੀ ਤੁਸੀਂ ਇਕੱਲੇ ਆ, ਨਾਲੇ ਇੱਥੇ ਕਿੰਨੀਆਂ ਆਰਗੇਨਾਈਜੇਸ਼ਨਸ ਹੈਗੀਆਂ ਜਿਹੜੀ ਤੁਹਾਨੂੰ ਹੈਲਪ ਕਰੂਗੀਆਂ। ਹਾਂਜੀ। ਗੁਰਪ੍ਰੀਤ, ਤੁਸੀਂ ਆਵਾਜ਼ ਬਣਦੇ ਹੋ, ਆਵਾਜ਼ ਸੁਣਦੇ ਹੋ, ਇਸ ਤੋਂ ਜ਼ਿਆਦਾ ਤੁਸੀਂ ਕੁਝ ਕਰ ਨਹੀਂ ਸਕਦੇ, ਕਈ ਚੀਜ਼ਾਂ ਨੇ ਤੁਹਾਡੇ ਹੱਥ ਬੰਨੇ ਹੋਏ ਆ, ਰਾਈਟ? ਹੁਣ ਜਦੋਂ ਤੁਸੀਂ ਆਵਾਜ਼ ਬਣਦੇ ਵੀ ਹੋ ਤੇ ਆਵਾਜ਼ ਸੁਣ ਵੀ ਰਹੇ ਹੋ ਜਿਹੜੇ ਪੀੜਤ ਲੋਕ ਨੇ ਉਹਨਾਂ ਦੀ, ਤਾਂ ਧਮਕੀਆਂ ਤਾਂ ਤੁਹਾਨੂੰ ਵੀ ਮਿਲ ਜਾਂਦੀਆਂ ਨੇ। ਤੁਸੀਂ ਕਈ ਇੰਟਰਵਿਊ ਦੇ ਵਿੱਚ ਦੱਸਿਆ ਵੀ ਤੁਹਾਨੂੰ ਬਹੁਤ ਸਾਰੀਆਂ ਧਮਕੀਆਂ ਤੋਂ ਗੁਜ਼ਰਨਾ ਪੈਂਦਾ ਹੈ। ਤੁਹਾਨੂੰ ਉਹ ਧਮਕੀਆਂ ਕੀ ਲੱਗਦਾ, ਬੀਇੰਗ ਅ ਫੀਮੇਲ, ਤੁਹਾਨੂੰ ਉਹਨਾਂ ਧਮਕੀਆਂ ਦਾ ਜਿਹੜਾ ਧਮਕੀਆਂ ਮਿਲਦੀਆਂ ਨੇ, ਜਾਂ ਕੁਝ ਹੋਰ ਕਾਰਨ ਤੁਸੀਂ ਨੋਟ ਕੀਤੇ? ਜਦੋਂ ਮੈਂ ਗੁਰਦੁਆਰੇ ਕਿਸੇ ਨੂੰ ਐਕਸਪੋਜ਼ ਕੀਤਾ ਸੀਗਾ, ਉਦੋਂ ਗੁਰਦੁਆਰੇ ਤੋਂ ਜਦੋਂ ਮੈਂ ਕਿਸੇ ਨੂੰ ਐਕਸਪੋਜ਼ ਕੀਤਾ, ਉਦੋਂ ਜ਼ਿਆਦੀਆਂ ਧਮਕੀਆਂ ਆਈਆਂ ਸੀਗੀਆਂ ਵੀ ਤੇਰਾ ਰੇਪ ਕਰ ਦੇਣਾ ਆ, ਤੇਰਾ ਆਹ ਕਰ ਦੇਣਾ ਆ, ਲਾਈਕ ਯੂ ਨੋ। ਇਹ ਤਾਂ ਡਰ ਦੀਆਂ ਚੀਜ਼ਾਂ ਹੁੰਦੀਆਂ ਆ। ਜਿੱਦਾਂ ਹੁਣ ਮੈਂ ਵਿਕਟਿਮ ਆਲ ਦਾ ਟਾਈਮ ਕਹਿੰਦੀ ਆ, ਤੁਹਾਡਾ ਸਪਾਊਸ ਜਾਂ ਤੁਹਾਡਾ ਪਾਰਟਨਰ ਬਲੈਕਮੇਲ ਤੁਹਾਨੂੰ ਕਰਦਾ, ਇਹ ਮੇਨ ਚੀਜ਼ਾਂ ਸਾਨੂੰ ਆਉਂਦੀਆਂ ਹੁੰਦੀਆਂ, ਲਾਈਕ ਉਹ ਮੈਨੂੰ ਬਲੈਕ ਆ, ਜਾਂ
ਮੈਨੂੰ ਉਹ ਕਹਿੰਦਾ ਵੀ ਮੈਂ ਤੇਰੇ ਮਮ ਡੈਡ ਨੂੰ ਮਾਰ ਦੇਣਾ, ਇਹ ਸਾਰੀਆਂ ਉਦਾਂ ਹੀ ਧਮਕੀਆਂ ਹੁੰਦੀਆਂ। ਇਹ ਸੀਰੀਅਸ ਲੈਣੀ ਚਾਹੀਦੀ ਫॉर ਮੀ, ਐਨੀ ਸੀਰੀਅਸਲੀ ਲੈਂਦੀ ਬਿਕਾਜ਼ ਮੈਂ ਕਿਹਾ ਵੀ ਗॉड ਮੇਰੇ ਕੋ ਹੈਗਾ ਸਪੋਰਟ ਲਈ ਐਂਡ ਇਹ ਮੇਰਾ ਪਾਥ ਆ ਐਂਡ ਦੈਟਸ ਦ ਵੇ ਆਮ ਗੋਣਾ ਗੋ ਐਂਡ ਜਿਹੜਾ ਤਾਂ ਦੇਣਾ ਚਾਹੁੰਦਾ ਹੈ ਦੇਈ ਜਾਵੇ। ਜੀ ਗੁਰਪ੍ਰੀਤ, ਅਵੇਅਰਨੈਸ ਤੇ ਆਉਂਦੇ ਹੋ, ਅਵੇਅਰਨੈਸ ਦੇ ਵਿੱਚ ਜਿਹੜੀ ਹੈ ਘਾਟ ਬਹੁਤ ਵੱਡੀ ਹੈਗੀ। ਤੁਸੀਂ ਦੱਸਿਆ ਸੀ ਵੀ ਪੈਰੈਂਟਸ ਹੀ ਨਹੀਂ ਸੁਣਦੇ, ਪਹਿਲਾਂ ਤਾਂ ਘਰਾਂ 'ਚ ਹੀ ਨਹੀਂ ਸੁਣਵਾਈ ਹੁੰਦੀ, ਘਰਾਂ 'ਚ ਹੀ ਨਹੀਂ ਸੁਣਿਆ ਜਾਂਦਾ, ਇਸ ਲਈ ਬਾਹਰ ਨਿਕਲਦੀਆਂ ਨੇ ਕੁੜੀਆਂ, ਬਾਹਰ ਕਿਸੇ ਨੂੰ ਸੁਣਾਉਂਦੀਆਂ ਨੇ, ਕੋਈ ਵੀ, ਚਾਹੇ ਇਹਦੇ 'ਚ ਕੋਈ ਮੇਲ ਹੈ ਜਾਂ ਫੀਮੇਲ ਹੈ। ਤੁਸੀਂ ਦੱਸਿਆ ਤੁਹਾਨੂੰ ਜਿੰਨੇ ਵੀ ਲੋਕ ਕੰਟੈਕਟ ਕਰਦੇ ਹੋ ਇਹ ਕਹਿੰਦੇ ਅਸੀਂ ਪਰਿਵਾਰ ਨੂੰ ਨਹੀਂ ਦੱਸ ਸਕਦੇ, ਤੁਹਾਡੀ ਹੈਲਪ ਚਾਹੁੰਦੇ ਆ, ਰਾਈਟ? ਹੈਲਪ ਇੱਕ ਸੰਸਥਾ ਜੇ ਦੇ ਤੱਕ ਲੋਕ ਪਹੁੰਚ ਰਿਹਾ ਤਾਂ ਆਈ ਥਿੰਕ ਲੋੜ ਤਾਂ ਸਾਰਿਆਂ ਨੂੰ ਹੈਗੀ ਹੈ। ਘਾਟ ਇੱਥੇ ਹੈਗੀ ਹੈ ਵੀ ਕੀ ਇੱਦਾਂ ਦੀਆਂ ਹੈਲਪਲਾਈਨ ਜਾਂ ਇੱਦਾਂ ਦੇ ਐਕਸ਼ਨਸ ਦੀਆਂ ਜਿਹੜੀਆਂ ਨੇ ਉਹ ਪਲੇਟਫਾਰਮ ਉਪਲਬਧ ਹੋਣੇ ਚਾਹੀਦੇ ਹੈ ਜਿੱਥੇ ਵਿਦਿਨ ਅ ਸੈਕਿੰਡ ਇਹ ਕੰਪਲੇਂਟਸ ਪਹੁੰਚਣ ਤਾਂ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾ ਸਕੇ। I think it's very critical ਵੀ ਇਦਾਂ ਦੇ ਆਰਗੇਨਾਈਜ਼ੇਸ਼ਨ ਵਿਕਟਿਮਸ ਨੂੰ ਜਾ ਕੇ ਮਿਲ ਸਕਦੇ ਆ right away because ਹੁਣ ਜਿਹੜਾ ਮਨਦੀਪ ਕੌਰ ਆ she could have contacted us right ਜਿਹਨੂੰ ਆ ਹੁੰਦਾ ਸਪੋਰਟ ਹੈ ਜਿਹੜੀਆਂ so yeah critical ਇਹ ਚੀਜ਼ਾਂ ਵੀ ਸਾਨੂੰ ਚਾਹੀਦੀਆਂ ਆ ਮੋਨਾਈਜੇਸ਼ਨਸ ਚਾਹੀਦੇ ਆ ਜਿੱਥੇ ਨਾਲੇ ਇਦਾਂ ਨਹੀਂ ਕਹਿੰਦੇ ਵੀ ਤੁਹਾਨੂੰ ਆਹੀ ਸਕਦੇ ਆ ਜਾਂ ਜੋ ਵੀ ਆ ਤੁਸੀਂ ਪੂਰੀ ਕਾਉਂਸਲਿੰਗ ਦੀ ਮੈਂਟਲ ਹੈਲਥ ਦੀ ਕੋਈ ਵੀ ਉਹਨਾਂ ਨੂੰ ਲੋੜ ਆ ਉਹ ਤੁਹਾਨੂੰ ਦੇਣੀ ਚਾਹੀਦੀ ਆ ਜੀ ਐਂਡ ਜਦੋਂ ਤੁਹਾਨੂੰ ਨਹੀਂ ਸਪੋਰਟ ਹੁੰਦੀ ਆਰਗੇਨਾਈਜੇਸ਼ਨ ਆ ਕੰਟੈਕਟ ਉਹਨਾਂ ਨੂੰ ਪਰ ਘਰ ਦੇ ਵਿੱਚੋਂ ਤੁਸੀਂ ਘਰ ਦੇ ਸਭ ਕੁਝ ਸੋਲਵ ਕਰੋ ਜਾ ਕੇ ਸੰਸਥਾਵਾਂ ਨਹੀਂ ਚਾਹੀਦੀਆਂ ਯੂ نو ਜਦੋਂ ਤੁਹਾਡੇ ਕੋਲ ਆਪ ਘਰੇ ਸਪੋਰਟ ਹੈ ਤੇ ਵਿਕਟਿਮਸ ਕਾਤੇ ਹੋਰ ਕਿਤੇ ਜਾਓਗੇ। ਜੀ ਗੁਰਪ੍ਰੀਤ, ਤੁਹਾਡੇ ਨਾਲ ਥੋੜੀ ਜਿਹੀ ਤਕਨੀਕੀ ਪ੍ਰੋਬਲਮ ਜਿਹੜੀ ਆ ਆਈ ਥਿੰਕ ਟੈਕਨੀਕਲ ਇਸ਼ੂ ਥੋੜਾ ਜਾ ਰਿਹਾ। ਮੈਂ ਆਖਰੀ ਸਵਾਲ ਦੇ ਉੱਤੇ ਜਾਣੀ ਆ। ਆਖਰੀ ਸਵਾਲ ਦੇ ਵਿੱਚ ਸਿਰਫ ਇਹੀ ਹੈ ਕਿ ਹਰ ਟੀਵੀ ਦੇ ਉੱਤੇ ਅਸੀਂ ਜਦੋਂ ਐਡਵਰਟੀਜ਼ਮੈਂਟ ਕੋਈ ਵੀ ਐਡ ਦੇਖਦੇ ਆ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਚੱਲ ਰਿਹਾ ਹੁੰਦਾ ਉਹਦੇ ਵਿੱਚ ਤੁਹਾਡੇ ਫੇਸ ਨੂੰ ਗੋਰਾ ਕਰਨ ਵਾਲੀ ਜਿਹੜੀ ਕਰੀਮ ਹੈ ਬਹੁਤ ਉਹਦੀ ਐਡ ਆਉਂਦੀ ਹੈ। ਤੁਹਾਡੇ ਹੇਅਰਸ ਨੂੰ ਜਿਹੜੀ ਚੀਜ਼ ਹੈ ਕਿਹੜਾ ਸ਼ੈਂਪੂ ਯੂਜ਼ ਕਰਨਾ ਚਾਹੀਦਾ ਹੈ, ਕੀ ਤੁਸੀਂ ਲਗਾ ਸਕਦੇ ਹੋ, ਕੀ ਤੁਹਾਡੀ ਸਿਹਤ ਲਈ ਠੀਕ ਹੈ, ਕੀ ਖਾਓ ਕੀ ਪੀਓ, ਕਿਹੜੇ ਜੂਸ ਵਧੀਆ ਹੈ, ਤੁਸੀਂ ਕਿੱਦਾਂ ਸੋਹਣੇ ਦੇਖ ਸਕਦੇ ਹੋ, ਹਰ ਪ੍ਰੋਡਕਟ ਦੀ ਇੰਨੀ ਕੁ ਜ਼ਿਆਦਾ ਐਡਵਰਟਾਈਜ਼ਮੈਂਟ ਉੱਥੇ ਅਸੀਂ ਦੇਖ ਰਹੇ ਹੁੰਦੇ ਹਾਂ, ਲਗਾਤਾਰ ਕਮਰਸ਼ੀਅਲ ਚੱਲ ਰਹੇ ਹੁੰਦੇ ਨੇ। ਪਰ ਘਰੇਲੂ ਵਾਇਲੈਂਸ, ਕਿਸੇ ਵੀ ਨਾਲ ਸੈਕਸ਼ੂਅਲ ਅਬਿਊਜ਼ ਜਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਵਾਸਤੇ ਕਦੀ ਨਹੀਂ ਦੇਖਿਆ ਵੀ ਕੋਈ। ਹਾਂ ਇਹ ਜ਼ਰੂਰ ਹੈ ਵੀ ਵੈਕਸੀਨ ਵਗੈਰਾ ਵੀ ਜਦੋਂ ਆਉਂਦੀਆਂ ਨੇ ਵੈਕਸੀਨ ਦੀ ਅਵੇਅਰਨੈਸ, ਕਿਹੜੀ ਦਵਾਈ ਠੀਕ ਹੈ, ਇਹ ਵੀ ਅਸੀਂ ਬਹੁਤ ਐਡ ਦੇਖਦੇ ਹਾਂ। ਪਰ ਇਹਨਾਂ ਮਾਮਲਿਆਂ ਦੇ ਸੰਬੰਧੀ ਅਸੀਂ ਦੇਖਿਆ ਵੀ ਕੋਈ ਜ਼ਿਆਦਾ ਅਵੇਅਰਨੈਸ ਕ੍ਰੀਏਟ ਕਰਨ ਵਾਲੀਆਂ ਚੀਜ਼ਾਂ ਟੀਵੀ ਤੇ ਵੀ ਨਹੀਂ ਦਿਖਾਈਆਂ ਜਾਂਦੀਆਂ, ਕਿਸੇ ਪਲੇਟਫਾਰਮ ਤੇ ਕੋਈ ਐਡ ਇੱਦਾਂ ਦੀ ਨਹੀਂ ਚੱਲਦੀ। ਹਾਲਾਂਕਿ ਇਹ ਸਰਕਾਰਾਂ ਦਾ ਰੋਲ ਹੋਣਾ ਚਾਹੀਦਾ ਹੈ ਕਿ ਇੱਦਾਂ ਦੇ ਇਸ਼ੂਜ਼ ਦੇ ਉੱਤੇ ਇੱਦਾਂ ਦੀਆਂ ਐਡਸ, ਇੱਦਾਂ ਦੇ ਕਮਰਸ਼ੀਅਲ ਜਿਹੜੀਆਂ ਨੇ ਉਹ ਚੱਲਣੀਆਂ ਚਾਹੀਦੀਆਂ ਨੇ ਤਾਂ ਕਿ ਲੋਕਾਂ ਨੂੰ ਬਾਰ-ਬਾਰ ਉਸ ਚੀਜ਼ ਦੀ ਅਵੇਅਰਨੈਸ ਜਿਹੜੀ ਹੈ ਮਾਈਂਡ ਦੇ ਵਿੱਚ ਟਿਕ ਹੋਣੀ ਚਾਹੀਦੀ ਹੈ ਕਿ ਉਹ ਕੁਛ ਚੰਗਾ ਦੇਖ ਰਹੇ ਨੇ, ਚੰਗਾ ਬਾਰ-ਬਾਰ ਉਹਨਾਂ ਦੇ ਟੀਵੀ ਦੇ ਉੱਤੇ ਆ ਰਿਹਾ ਜੋ ਕਿ ਉਹਨਾਂ ਨੂੰ ਕੁਛ ਸਿੱਖਣ ਲਈ ਮੋਟੀਵੇਟ ਕਰ ਰਿਹਾ ਹੈ, ਉਹਨਾਂ ਨੂੰ ਕੁਛ ਦੱਸ ਰਿਹਾ ਹੈ। ਕਿਉਂਕਿ ਜਦੋਂ ਅਸੀਂ ਇੰਨਾ ਕੁ ਜ਼ਿਆਦਾ ਅਟਰੈਕਟ ਹੋ ਜਾਂਦੇ ਵੀ ਕੋਈ ਕਰੀਮ ਸਾਨੂੰ ਇੰਨਾ ਗੋਰਾ ਕਰ ਦੂਗੀ ਅਸੀਂ ਉਹਨੂੰ ਫਟਾਫਟ ਲੈਣ ਚਲੇ ਜਾਂਦੇ ਹਾਂ। ਸੋ ਆਈ ਥਿੰਕ ਅਸਰ ਤਾਂ ਹੁੰਦਾ ਹੈ। ਸੋ ਲੱਗਦਾ ਵੀ ਇਹਨਾਂ ਚੀਜ਼ਾਂ ਲਈ ਸਰਕਾਰਾਂ ਦਾ ਇੱਕ ਬੜਾ ਵੱਡਾ ਰੋਲ ਹੈ ਜਿਹੜਾ ਸਰਕਾਰਾਂ ਨੂੰ ਕਿਤੇ ਨਾ ਕਿਤੇ ਅਦਾ ਕਰਨਾ ਚਾਹੀਦਾ ਹੈ, ਪਰ ਸਰਕਾਰਾਂ ਉਹ ਰੋਲ ਨਿਭਾ ਨਹੀਂ ਰਹੀਆਂ। ਉਹਨਾਂ ਨੂੰ ਸਰਕਾਰਾਂ ਨੂੰ ਤਾਂ ਜ਼ਿਆਦਾ ਫੋਕਸ ਇਹੀ ਆ ਵੀ ਲਿਕਰ ਦਾ ਤੁਸੀਂ ਵਾਰਨਿੰਗ ਦੇ ਦਿਓ, ਨਾਲੇ ਸਾਰੇ ਕਮਰਸ਼ੀਅਲਸ ਦੀ ਵਾਰਨਿੰਗ ਦੇਈ ਚਲੋ, ਪਰ ਜਦੋਂ ਡੋਮੈਸਟਿਕ ਗੱਲ ਆਉਂਦੀ ਹੈ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਕਰਨੀ। ਉਹਨਾਂ ਨੂੰ ਟੌਪਿਕ ਗੱਲ ਕਰਨਾ ਸ਼ੁਰੂ ਕਿੱਦਾਂ ਕਰਨਾ ਹੈ ਉਹ ਟੌਪਿਕ ਏਦਾਂ ਵੀ ਨਹੀਂ ਪਤਾ। ਸਾਨੂੰ ਏਦਾਂ ਦੀਆਂ ਨੌਲੇਜ ਸਾਨੂੰ ਚਾਹੀਦੀ ਆ, ਕਮਰਸ਼ੀਅਲਸ ਵੀ ਚਾਹੀਦੀਆਂ ਆ, ਮੋਰ ਐਜੂਕੇਸ਼ਨ ਚਾਹੀਦੀ ਆ। ਨਿਆਣਿਆਂ ਨੂੰ ਸਿਖਾਓ ਟੱਚ ਗੁੱਡ ਟੱਚ ਕੀ ਹੁੰਦਾ ਆ, ਨਿਆਣਿਆਂ ਨੂੰ ਆਪਣੇ ਅਸੀਂ ਪੇਰੈਂਟਸ ਹੋ ਕੇ ਅਸੀਂ ਕੀ ਕਰ ਸਕਦੇ ਹਾਂ ਫਿਊਚਰ ਜਨਰੇਸ਼ਨ ਲਈ ਵੀ ਅਸੀਂ ਉਹਨਾਂ ਨੂੰ ਕੀ ਦੱਸ ਸਕਦੇ ਹਾਂ ਵੀ ਤੁਸੀਂ ਨਾ ਇਹਦੇ ਵਿੱਚ ਫੇਸ ਕਰੋ। ਸੁਸਾਈਡ ਬਾਰੇ ਗੱਲ ਕਰੋ, ਡਿਪਰੈਸ਼ਨ ਬਾਰੇ ਗੱਲ ਕਰੋ। ਜਦੋਂ ਹੁਣ ਸਾਡੇ ਫਿਜ਼ੀਕਲ ਸੱਟ ਪੈਂਦੀ ਹੈ ਜਾਂ ਆਰਮ ਟੁੱਟ ਗਿਆ ਉਦੋਂ ਤਾਂ ਸਾਰੇ ਫੈਮਿਲੀ ਮੈਂਬਰਸ ਤੁਹਾਨੂੰ ਮਿਲਣ ਆ ਜਾਂਦੇ ਆ, ਚਾਹ ਪੀਣ ਆ ਜਾਂਦੇ ਆ, ਰਾਈਟ, ਨਾਲ ਦੇਖਣ ਆ ਜਾਂਦੇ ਆ। ਪਰ ਜਦੋਂ ਡਿਪਰੈਸ਼ਨ ਦੀ ਗੱਲ ਹੁੰਦੀ ਆ, ਕੋਈ ਬ੍ਰੇਨ ਦੀ ਗੱਲ ਹੁੰਦੀ ਆ, ਜਿਹੜੀ ਬ੍ਰੇਨ ਸਭ ਤੋਂ such a big like you know part of our body and ਉਹਦੇ ਬਾਰੇ ਸਾਰੇ ਚੁੱਪ ਆ। ਸੋ ਉਹ ਚੀਜ਼ਾਂ ਸਾਨੂੰ ਬਦਲਣੀਆਂ ਪੈਣੀਆਂ ਆ ਵੀ hey we need to start talking about mental health, depression, suicide, domestic
ਬੈਡ ਟੱਚ ਗੁੱਡ ਟੱਚ ਇਹ ਕਨਵਰਸੇਸ਼ਨਸ ਨੋਰਮਲ ਕਰੋ ਆਪਣੇ ਘਰ ਦੇ ਵਿੱਚ ਸੋ ਈਜ਼ੀਲੀ ਗੱਲ ਕਰ ਸਕਦੇ ਆ ਨਾਲੇ ਸਾਨੂੰ ਪਤਾ ਹੈ ਸਾਡੀ ਫੈਮਿਲੀ ਵਿੱਚ ਕੋਈ ਜਨਾ ਕੋਈ ਤਾਂ ਹੁੰਦਾ ਹੀ ਆ ਜਿਹੜਾ ਡੋਮੈਸਟਿਕ ਅਬਿਊਜ਼ ਦੇ ਨਾਲ ਫੇਸ ਹੁੰਦਾ ਆ ਜਾਂ ਡਿਪਰੈਸ਼ਨ ਆ ਉਹ ਸਾਡੇ ਫੰਕਸ਼ਨਸ ਤੇ ਵੀ ਹੁੰਦੇ ਆ ਜਿੱਦਾਂ ਫੈਮਿਲੀ ਫੰਕਸ਼ਨਸ ਨਹੀਂ ਹੁੰਦੇ ਪਤਾ ਆ ਵੀ ਆਹ ਆਦਮੀ ਕੁੱਟ ਮਾਰਦਾ ਆ ਆਪਣੀ ਵਾਈਫ ਨੂੰ ਪਰ ਫੈਮਿਲੀ ਫੰਕਸ਼ਨਸ ਦੇ ਵਿੱਚ ਨੱਚਦੇ ਆ ਜਿੱਦਾਂ ਕੋਈ ਪ੍ਰੋਬਲਮ ਹੀ ਨਹੀਂਗੀ ਇੰਨਾ ਇਗਨੋਰ ਕਰਦੇ ਚੀਜ਼ਾਂ ਨੂੰ ਜੇ ਤੁਸੀਂ ਆਪ ਖੁਦ ਹੈ ਤੇਰੇ ਕੁੱਟ ਮਾਰ ਇਹ ਕਰਦਾ ਆ ਇਹਨੂੰ ਅਸੀਂ ਬੁਲਾਉਣਾ ਹੀ ਨਹੀਂਗਾ ਏਦਾਂ ਦਾ ਸਪੋਰਟ ਦਿਓ ਵਿਕਟਿਮਸ ਨੂੰ ਏਦਾਂ ਨਾ ਕਹੋ ਵੀ ਹੱਸ ਕੇ ਫੈਮਿਲੀ ਗੈਦਰਿੰਗਸ ਕਰਕੇ ਸਤਿ ਸ੍ਰੀ ਅਕਾਲ ਬੁਲਾ ਕੇ ਦੈਟਸ ਇਟ ਇਹ ਤੁਹਾਡੀ ਫਾਰਮੈਲਿਟੀਆਂ ਪੂਰੀ ਜੋ ਇਸ਼ੂਜ਼ ਹੈ ਫੈਮਿਲੀਜ਼ ਦੇ ਵਿੱਚ ਉਹਦੇ ਬਾਰੇ ਗੱਲ ਕਰੋ ਤਾਂ ਹੀ ਸੋਲਵ ਹੋਣੇ ਆ ਨਹੀਂ ਹੋਰ ਮਨਦੀਪ ਕੋਲ ਆ ਜਾਣੀ ਆ ਮੇਰੇ ਕੋਲ ਤਾਂ ਆਲਰੇਡੀ ਬਥੇਰੀਆਂ ਬੈਠੀਆਂ ਈਮੇਲਸ ਦੇ ਉੱਤੇ ਰਾਈਟ ਜੀ ਐਂਡ ਅਸੀਂ ਉਹ ਘੱਟ ਕਰਨੀਆਂ ਆ ਹਾਂ ਬਿਲਕੁਲ ਗੁਰਪ੍ਰੀਤ ਇੱਕ ਚੀਜ਼ ਹੋਰ ਹੈ ਕੋਰ ਮੂਵਮੈਂਟ ਦਾ ਕੋਰ ਮੂਵਮੈਂਟ ਜਿਹੜੀ ਹੈ ਕਿ ਸਿਰਫ ਕੋਰ ਲਈ ਹੈ ਜਾਂ ਐਨੀਬਡੀ ਕੈਨ ਵਿਜ਼ਿਟ ਯੂ ਕੋਈ ਵੀ ਤੁਹਾਡੀ ਹੈਲਪ ਲੈ ਸਕਦਾ ਹੈ ਜਦੋਂ ਦ ਕੋਰ ਮੂਵਮੈਂਟ ਮੈਂ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਚੋਂ ਸ਼ੇਕ ਬਾਅਦ ਚੋਂ ਆਈ ਸਟਾਰਟ ਮੂਵਮੈਂਟ ਬਿਕਾਜ਼ ਹੁਣ ਜਿਹੜੇ ਮੈਨ ਆ ਦੇ ਡੀਲ ਵਿਦ ਫਾਲਸ ਕੇਸਿਸ ਉਹਨਾਂ ਦੇ ਉੱਤੇ ਫਾਲਸ ਕੇਸਿਸ ਬਹੁਤ ਹੁੰਦੇ ਆ ਵੀ ਕੁੜੀਆਂ ਐਡਵਾਂਟੇਜ ਵੀ ਟੇਕ ਕਰਦੀਆਂ ਆ ਇਹ ਬਹੁਤ ਵੱਡੀ ਪ੍ਰੋਬਲਮ ਹੈ ਐਸ ਵੈਲ ਐਂਡ ਸੋ ਜਾਂ ਉਹਨਾਂ ਨੂੰ ਵੀ ਸਪੋਰਟ ਚਾਹੀਦੀ ਹੈ ਨਾਲੇ ਜਦੋਂ ਸੈਕਸ਼ੂਅਲ ਅਬਿਊਜ਼ ਦੀ ਗੱਲ ਆਉਂਦੀ ਆ ਸੋ ਮੈਨੀ ਮੈਨ ਮੇਰੇ ਪਲੇਟਫਾਰਮ ਦੇ ਉੱਤੇ ਸ਼ੇਅਰ ਕਰ ਹਟੇ ਆ ਵੀ ਉਹਨਾਂ ਨਾਲ ਵੀ ਛੋਟੇ ਹੁੰਦੇ ਆ ਕਿੱਦਾਂ ਹੋਇਆ ਆ ਸਾਡੇ ਕਮਿਊਨਿਟੀ ਦੇ ਮੈਨ ਨੂੰ ਏਦਾਂ ਕਹਿ ਦਿੰਦੇ ਆ ਵੀ ਇਹ ਬੰਦਾ ਬਣਾ ਤੂੰ ਤਾਂ ਬੰਦਾ ਆ ਤੈਨੂੰ ਰੋਣਾ ਚਾਹੀਦਾ ਇਮੋਸ਼ਨਸ ਵੀ ਨਹੀਂ ਗੱਲ ਕਰਨੀਆਂ ਚਾਹੀਦੀਆਂ ਤਾਂ ਹੀ ਕਾਫੀ ਸਾਡੇ ਸੁਸਾਈਡ ਦੇ ਵਿੱਚ ਮੈਨ ਦੇ ਜ਼ਿਆਦਾ ਆ ਕੰਪੇਅਰਡ ਟੂ ਵੂਮਨ ਬਿਕਾਜ਼ ਉਹ ਆਪਣੇ ਤੇ ਦੁੱਖ ਆ ਜੋ ਵੀ ਆ ਉਹ ਲਿਕਰ ਦੇ ਉੱਤੇ ਲਾ ਦਿੰਦੇ ਆ ਸਿਗਰਟਾਂ ਦੇ ਉੱਤੇ ਲਾ ਦਿੰਦੇ ਆ ਦੇ ਉੱਤੇ ਲਾ ਦਿੰਦੇ ਆ ਐਂਡ ਉਹ ਆਪਣੇ ਆਪ ਨੂੰ ਸਪਰੈਸ ਕਰਦੇ ਆ ਐਂਡ ਉਹ ਤਾਂ ਕਰਕੇ ਸਾਡੀ ਕਮਿਊਨਿਟੀ ਉਹਨਾਂ ਨੂੰ ਸਪੋਰਟ ਹੀ ਨਹੀਂ ਦਊਗੀ ਵੀ ਤੂੰ ਤਾਂ ਬੰਦਾ ਆ ਇਹ ਕੌਣ ਕੁੱਟੀ ਜਾਂਦਾ ਹੈ ਤੈਨੂੰ ਇਹਨ ਹੱਥ ਲਾਇਆ ਮਜ਼ਾਕ ਜਿਹਾ ਆ ਨਾਟ ਟੇਕਨ ਸੀਰੀਅਸਲੀ ਤਾਂ ਕਰਕੇ ਬੰਦੇ ਬਹੁਤ ਘੱਟ ਆਉਂਦੇ ਮੇਰੇ ਪੇਜ ਦੇ ਉੱਤੇ ਆਉਂਦੇ ਆ ਬਹੁਤ ਪਰ ਅਸੀਂ ਸਾਈਡ ਤੇ ਕੰਮ ਕਰਦੇ ਪ੍ਰਾਈਵੇਟਲੀ ਐਂਡ ਅਸੀਂ ਪਬਲਿਕਲੀ ਦਿਖਾਉਂਦੇ ਨਹੀਂਗੇ ਹੁਣ ਜਿਹੜੇ ਮੇਰੇ ਕੇਸਿਸ ਮੈਂ ਦਿਖਾਉਂਦੀ ਵੀ ਆ ਤੇ 20% ਦੇ ਕੇਸਿਸ ਹੋਣੇ ਆ ਬਾਕੀ ਸਾਰੇ ਅਸੀਂ ਡੀਲ ਕਰਦੇ ਆ ਕਿਉਂਕਿ ਉਹ ਡਿਪੈਂਡ ਕਰਦਾ ਹੈ ਵੀ ਉਹ ਬੰਦਾ ਜਾਂ ਬੁਰੀ ਕੀ ਚਾਹੁੰਦੇ ਆ ਵੀ ਤੁਸੀਂ ਪ੍ਰਾਈਵੇਟ ਮੈਟਰ ਅਸੀਂ ਹੈਲਪ ਕਰੀਏ ਜਾਂ ਤੁਸੀਂ ਪਬਲਿਕਲੀ ਕਰਨਾ ਚਾਹੁੰਦੇ ਆ ਆਪਣੀ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਨਾਲ ਸਪੋਰਟ ਚਾਹੁੰਦੇ ਆ ਸੋ ਇਟਸ ਆਲ ਅਬਾਊਟ ਸਪੋਰਟ ਐਟ ਦ ਐਂਡ ਆਫ ਦ ਡੇ ਜੀ ਗੁਰਪ੍ਰੀਤ ਥੈਂਕ ਯੂ ਸੋ ਮਚ ਇਸ ਮਾਮਲੇ ਤੇ ਗੱਲਬਾਤ ਜਿਹੜੀ ਹੈ ਕਰਨ ਦੇ ਲਈ ਔਰ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਤੁਹਾਡੀ ਸੰਸਥਾ ਬਹੁਤ ਹੀ ਚੰਗਾ ਕੰਮ ਕਰ ਰਹੀ ਹੈ ਹੋਰ ਨਹੀਂ ਤਾਂ ਕਿਸੇ ਨੂੰ ਸੁਣਨਾ ਹੀ ਬਹੁਤ ਵੱਡਾ ਕੰਮ ਹੁੰਦਾ ਹੈ ਜਿਹੜਾ ਕਿ ਤੁਸੀਂ ਬਹੁਤ ਵਧੀਆ ਨਿਭਾ ਰਹੇ ਹੋ ਉਮੀਦ ਕਰਦੇ ਹਾਂ ਅੱਗੇ ਵੀ ਇਦਾਂ ਦੇ ਮਾਮਲਿਆਂ ਦੇ ਉੱਤੇ ਤੁਸੀਂ ਸਭ ਨੂੰ ਸੁਣਦੇ ਰਹੋ ਉਹਨਾਂ ਦੇ ਲਈ ਕੋਈ ਨਾ ਕੋਈ ਹੱਲ ਜਿਹੜਾ ਹੈ ਉਹ ਲਿਆਉਂਦੇ ਰਹੋ ਤਾਂ ਕਿ ਬਹੁਤ ਸਾਰੇ ਲੋਕ ਮਨਦੀਪ ਕੌਰ ਬਣਨ ਤੋਂ ਜਿਹੜੇ ਬਚ ਸਕਣ ਥੈਂਕ ਯੂ ਸੋ ਮਚ ਨਾਲ ਜੁੜਨ ਦੇ ਲਈ ਸਾਡਾ ਗੁਰਪ੍ਰੀਤ ਕੌਰ ਜੁੜੇ ਹੋਏ ਸੀ ਦਾ ਕੋਰ ਮੂਵਮੈਂਟ ਦੇ ਵੱਲੋਂ ਡੋਮੈਸਟਿਕ ਵਾਇਲੈਂਸ ਅਬਿਊਜ਼ ਇਹ ਚੀਜ਼ਾਂ ਮਾਰ ਕੁਟਾਈ ਇਹ ਅਸੀਂ ਬਹੁਤ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਔਰ ਸ਼ਾਇਦ ਅੱਗੇ ਵੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਚੱਲੀ ਜਾਣੀਆਂ ਪਰ ਇਹਨਾਂ ਨੂੰ ਕਿਸੇ ਪਲੇਟਫਾਰਮ ਦੇ ਉੱਤੇ ਠੱਲ ਪਾਉਣੀ ਤਾਂ ਜ਼ਰੂਰੀ ਹੈ ਹੋਰ ਨਹੀਂ ਤਾਂ ਅਵੇਅਰਨੈਸ ਦੀਆਂ ਗੱਲਾਂ ਕਰਕੇ ਜਿਵੇਂ ਕਿ ਅਸੀਂ ਆਪਣਾ ਰੋਲ ਨਿਭਾ ਰਹੇ ਹਾਂ ਅਵੇਅਰਨੈਸ ਦੇ ਨਾਲ ਹੀ ਚੀਜ਼ਾਂ ਬਹੁਤ ਚੇਂਜ ਹੋ ਸਕਦੀਆਂ ਨੇ ਬਦਲਾਅ ਬਹੁਤ ਜ਼ਰੂਰੀ ਹੈ ਤੁਹਾਡੀਆਂ ਗੱਲਾਂ ਬਾਤਾਂ ਬਹੁਤ ਤਰ੍ਹਾਂ ਦੇ ਬਦਲਾਅ ਲਿਆ ਸਕਦੀਆਂ ਕੋਸ਼ਿਸ਼ ਕਰਨੀ ਆਪਣੀ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਕੋਸ਼ਿਸ਼ ਹੀ ਜਿਹੜੀ ਹੈ ਉਹ ਕਾਮਯਾਬੀ ਜ਼ਰੂਰ ਹੁੰਦੀ ਹੈ ਸੋ ਅਸੀਂ ਆਪਣੇ ਮਾਧਿਅਮ ਦੇ ਜ਼ਰੀਏ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਤੁਸੀਂ ਵੀ ਪਲੀਜ਼ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੇ ਪਲੇਟਫਾਰਮ ਤੇ ਜ਼ਰੂਰ ਨਿਭਾਓ ਇੱਕ ਕਾਲਰ ਦੀ ਕਾਲ ਅਟੈਂਡ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਆਵਾਜ਼ ਸੁਣ ਪਾ ਰਹੇ ਹੋ ਜੀ ਸੋ ਕੈਲਗਰੀ ਤੋਂ ਜਿਹੜੇ ਸਾਡੇ ਕਾਲਰ ਸੀ ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਪਾ ਰਹੀ ਸੋ ਕੱਲ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਫਿਰ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ